Hello, my dear friends. A very good afternoon to all. My name is Jagjot Singh, and once again, I'm welcoming you to my channel, Jagjot Tutorials. Previously, ਜਦੋਂ ਤੱਕ ਆਪਾਂ ਬੇਟਾ ਪੜ੍ਹਿਆ ਸੀ ਹੁਣ ਤੱਕ +1 ਵੀ ਕਰ ਚੁੱਕੇ ਆ, +2 ਵੀ ਕਰ ਚੁੱਕੇ ਆ, 10th ਦਾ ਸਾਡੇ ਕੋਲ ਸਿਰਫ ਇੱਕ ਲੈਕਚਰ ਹੋਇਆ ਸੀ ਸੀਰੀਜ਼ ਔਰ ਪੈਰਲਲ ਅਰੇਂਜਮੈਂਟ ਬਾਰੇ ਆਪਾਂ ਡਿਸਕ੍ਰਿਪਸ਼ਨ ਕੀਤੀ ਸੀ। ਨੈਕਸਟ ਜੋ ਆਪਾਂ ਹੁਣ ਕਰਨ ਜਾ ਰਹੇ ਹਾਂ ਇਹਦੇ ਵਿੱਚ ਸੀਰੀਜ਼ ਔਰ ਪੈਰਲਲ ਦੇ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਹਨੂੰ ਆਪਾਂ ਹੁਣ ਪੜਾਂਗੇ। ਉਹ ਚੀਜ਼ਾਂ ਕਿਹੜੀਆਂ ਨੇ ਸਾਡੇ ਕੋਲ ਆਓ ਬੋਰਡ ਤੇ। ਫਸਟ ਹੈ ਸੀਰੀਜ਼ ਔਰ ਪੈਰਲਲ ਅਰੇਂਜਮੈਂਟ ਦੇ ਵਿੱਚ ਡਿਫਰੈਂਸਿਸ। ਸੀਰੀਜ਼ ਔਰ ਪੈਰਲਲ ਅਰੇਂਜਮੈਂਟ ਦੇ ਵਿੱਚ ਜੋ ਆਪਾਂ ਡਿਸਕ੍ਰਿਪਸ਼ਨ ਪੜ੍ਹੀ ਸੀ ਬੇਟਾ ਉਹਦੇ ਆਧਾਰ ਦੇ ਉੱਪਰ ਆਪਾਂ ਡਿਫਰੈਂਸਿਸ ਪੜ੍ਹਨੇ ਆ ਕਿ ਸੀਰੀਜ਼ ਵਿੱਚ ਕਿਆ ਚੀਜ਼ਾਂ ਹੁੰਦੀਆਂ ਸੀ, ਪੈਰਲਲ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਸੀ। ਠੀਕ ਹੈ, ਔਰ ਡਿਫਰੈਂਸਿਸ ਆਪਾਂ ਚੈੱਕ ਕਰ ਲਗੇ ਹੁਣ ਦੋਹਾਂ ਦੇ ਵਿੱਚ। ਉਸ ਤੋਂ ਬਾਅਦ ਹੈ ਸਾਡੇ ਕੋਲ ਕਿ ਸੁਟੇਬਲ ਕੌਣ ਸੇ ਆ ਡੋਮੈਸਟਿਕ ਪਰਪਸਿਸ ਦੇ ਲਈ। ਡੋਮੈਸਟਿਕ ਮੀਨਸ ਹਾਊਸਹੋਲਡ ਜੋ ਆਪਾਂ ਘਰਾਂ ਦੇ ਵਿੱਚ ਵਾਇਰਿੰਗ ਕੀਤੀ ਹੋਈ ਆ ਉਸ ਦੇ ਵਿੱਚ ਸਾਨੂੰ ਪੈਰਲਲ ਵਾਲੇ ਜਿਹੜੇ ਆ ਉਹ ਪ੍ਰੈਫਰ ਕਰਨੇ ਚਾਹੀਦੇ ਕਿ ਜਾਂ ਸੀਰੀਜ਼ ਵਾਲੇ। ਠੀਕ ਹੈ, ਨੈਕਸਟ ਥਰਡ ਵਾਲਾ ਸਾਡੇ ਕੋਲ ਹੈ ਬੇਟਾ ਨਿਊਮੈਰੀਕਲਸ ਕਰਾਂਗੇ ਅਸੀਂ ਸੀਰੀਜ਼ ਅਰੇਂਜਮੈਂਟ ਤੇ। ਸੋ ਸਾਰੇ ਰੈਸਿਸਟਰਸ ਕਿਵੇਂ ਲੱਗੇ ਹੋਣਗੇ ਸੀਕੁਐਂਸ ਚ, S1 R1 R2 R3 R4 ਸਮ ਅਪ ਕਰਨਾ ਸਭ ਦਾ। ਠੀਕ ਹੈ, ਇਹਦੇ ਵਿੱਚ ਫਾਈਂਡ ਕਰਾਂਗੇ ਕਿ ਟੋਟਲ ਇਕੁਇਵਲੈਂਟ ਰੈਸਿਸਟੈਂਸ ਕੀ ਹੁੰਦੀ ਪਈ ਆ। ਕਈ ਕੁਐਸਚਨਸ ਵਿੱਚ ਸਾਨੂੰ ਵੋਲਟੇਜ ਦਿੱਤੀ ਹੋਊਗੀ, ਕਰੰਟ ਦਿੱਤਾ ਹੋਊਗਾ, ਪਰ ਆਪਾਂ ਧਿਆਨ ਕੀ ਰੱਖਣਾ ਆ ਜੋ ਲਾਸਟ ਵਾਲਾ ਰਿਜ਼ਲਟ ਨਿਕਲ ਕੇ ਆਇਆ ਸੀ ਕਿ ਸੀਰੀਜ਼ ਦੇ ਵਿੱਚ ਇਕੁਇਵਲੈਂਟ ਰੈਸਿਸਟੈਂਸ ਕੀ ਹੁੰਦੀ ਹੈ, ਓਵਰਆਲ ਰੈਸਿਸਟੈਂਸ ਦਾ ਸਮ ਕੀ ਹੁੰਦਾ, ਪੈਰਲਲ ਦੇ ਵਿੱਚ ਓਵਰਆਲ ਸਮ ਕੀ ਹੁੰਦਾ। ਸਮ ਮੀਨਸ ਉਹਦੇ ਵਿੱਚ ਸਾਰੇ ਰੈਸਿਸਟੈਂਸ ਜਿਹੜੇ ਇਕੱਠੇ ਕਿੱਦਾਂ ਹੁੰਦੇ, ਇਕੁਇਵਲੈਂਟ ਰੈਸਿਸਟੈਂਸ ਮੀਨਸ ਇੱਕ ਲੋਡ ਕਿਵੇਂ ਬਣਦਾ ਸਭ ਲੋਡ ਦਾ ਇਕੱਠਾ ਕਰਕੇ। ਔਰ ਉਸ ਤੋਂ ਬਾਅਦ ਬੇਟਾ ਆਏਗਾ ਸਾਡੇ ਕੋਲ ਪੈਰਲਲ ਅਰੇਂਜਮੈਂਟਸ। ਪੈਰਲਲ ਅਰੇਂਜਮੈਂਟਸ ਦੇ ਨਿਊਮੈਰੀਕਲਸ ਵੀ ਅਸੀਂ ਕਰਾਂਗੇ। और सब तो लास्ट ਤੇ ਹੋਏਗਾ ਸੀਰੀਜ਼ ਔਰ ਪੈਰਲਲ ਦੋਨਾਂ ਦੇ ਨਿਊਮੈਰੀਕਲਸ। ਠੀਕ ਹੈ ਬੇਟਾ, ਇਹ ਜੋ ਆਪਣੇ ਕੋਲ 5 ਚੀਜ਼ਾਂ ਨੇ ਇਹ ਅਸੀਂ ਗਿਣ ਕੇ ਅੱਜ ਪੂਰੀਆਂ ਕਰਨੀਆਂ ਨੇ ਆਪਣੇ ਇਸ ਲੈਕਚਰ ਦੇ ਵਿੱਚ। ਠੀਕ ਹੈ, ਸੋ ਸਭ ਤੋਂ ਪਹਿਲਾਂ ਅਸੀਂ ਬੇਟਾ ਸਟਾਰਟ ਕਰਨ ਜਾ ਰਹੇ ਹਾਂ ਸੀਰੀਜ਼ ਔਰ ਪੈਰਲਲ ਅਰੇਂਜਮੈਂਟ ਦੇ ਵਿੱਚ ਡਿਫਰੈਂਸਿਸ। ਠੀਕ ਹੈ, ਧਿਆਨ ਰੱਖਣਾ ਬੋਰਡ ਦੇ ਉੱਪਰ ਕੀ ਹੋ ਰਿਹਾ ਹੈ। ਇੱਕ ਸਾਈਡ ਤੇ ਅਸੀਂ ਬੇਟਾ ਲਿਖ ਰਹੇ ਹਾਂ सीरीज पैरेलल। बहुत आम जिहा क्वेश्चन है बेटा 10th क्लास वास्ते सीरीज और पैरेलल अरेंजमेंट के डिफरेंस। ज्यादातर इदा हुंदा बेटा कि ये सीधा क्वेश्चन नहीं होता सीरीज और पैरेलल दे विच डिफरेंसिस की ने। हाँ, जो इन्हां दे विचकार आपां पढ़ रहे हैं, जो इहदे विच आपां समझ रहे हैं, वो सब चीज़ां न्यूमैरिकल्स दे विच जाके बहुत यूज हुंदियां। ठीक है, अगर डायरैक्ट सीधा क्वेश्चन आ जाए तो फिर तो बहुत वधिया गल है जी। ठीक है, जिवें इस साल के बोर्ड के पेपर तो 1 साल पहला जो अपने कोल 2019 ਦਾ ਜਿਹੜਾ ਬੋਰਡ ਦਾ ਪੇਪਰ ਹੋਇਆ ਸੀ CBSE ਦਾ, ਉਸ ਦੇ ਵਿੱਚ ਸੀਰੀਜ਼ ਔਰ ਪੈਰਲਲ ਅਰੇਂਜਮੈਂਟ ਦੀ ਫਾਈਨਲ ਰੈਸਿਸਟੈਂਸ ਆਪਾਂ ਕਿੱਦਾਂ ਫਾਈਂਡ ਕਰੀਦੀ ਏ। ਕੁਝ ਕਿ ਸਾਡੇ ਕੋਲ R1 R2 R3 ਰੈਸਿਸਟਰਸ ਗਿਵਨ ਸੀਗੇ, ਉਹ ਕਹਿੰਦੇ ਸੀ ਕਿ ਸਾਨੂੰ ਫਾਰਮੂਲਾ ਲਿਖ ਕੇ ਦੱਸੋ, ਫਾਰਮੂਲਾ ਦੱਸੋ ਕਿ ਫਾਈਨਲ ਔਰ ਸੀਰੀਜ਼ ਮਤਲਬ ਸੀਰੀਜ਼ ਔਰ ਪੈਰਲਲ ਦੇ ਵਿੱਚ ਫਾਈਨਲ ਰੈਸਿਸਟੈਂਸਿਸ ਕਿੱਦਾਂ ਫਾਈਂਡ ਕਰੀਦੇ। ਠੀਕ ਹੈ, ਸੋ ਇਹਨਾਂ ਦੇ ਜੋ ਆਪਾਂ ਡਿਫਰੈਂਸਿਸ ਪੜਾਂਗੇ ਉਹ ਯੂਟਿਲਾਈਜ਼ ਹੋਣਗੇ ਸਾਰੇ ਕਿੱਥੇ, ਜੋ ਆਪਾਂ ਵੱਖ-ਵੱਖ ਚੀਜ਼ਾਂ ਪੜੀਆਂ ਸੀ ਸੀਰੀਜ਼ ਔਰ ਪੈਰਲਲ ਅਰੇਂਜਮੈਂਟ ਦੇ ਡਿਫਰੈਂਸਿਸ ਦੇ ਵਿੱਚ। ਠੀਕ ਹੈ, ਜੋ ਚੀਜ਼ਾਂ ਬੇਟਾ ਆਪਾਂ ਇਹਨਾਂ 4-5 ਪੁਆਇੰਟਸ ਦੇ ਵਿੱਚ ਪੜਾਂਗੇ ਉਹ ਸਭ ਦੇ ਸਭ ਚੀਜ਼ਾਂ ਕਾਹਦੇ ਯੂਜ਼ ਹੁੰਦੀਆਂ ਨੇ ਅੱਗੇ ਜਿਹੜੇ ਨਿਊਮੈਰੀਕਲਸ ਹੋਣੇ ਸੀ ਉਹਨਾਂ ਦੇ ਵਿੱਚ। ਠੀਕ ਹੈ, ਖਿਆਲ ਰੱਖਣਾ ਇਧਰ ਬੋਰਡ ਦੇ ਉੱਪਰ ਬੇਟਾ, ਔਰ ਇੱਕ ਚੀਜ਼ ਦੇ ਉੱਪਰ ਬਹੁਤ ਧਿਆਨ ਦੇਣਾ, ਕੰਸੰਟਰੇਟ ਕਰਕੇ ਪੜਨਾ ਹੈ ਚੀਜ਼ ਨੂੰ ਕਿ ਇਹ ਸਭ ਚੀਜ਼ਾਂ ਦੇ ਵਿੱਚ ਹੋ ਗਿਆ। ਸੋ ਸਭ ਤੋਂ ਪਹਿਲੇ ਨੰਬਰ ਤੇ ਬੇਟਾ ਸਟਾਰਟਿੰਗ ਪੁਆਇੰਟ ਹੈ ਸਾਡੇ ਕੋਲ ਕਿ ਇਹਨਾਂ ਦੋਹਾਂ ਦੇ ਵਿਚਕਾਰ ਦੀ ਪਹਿਲਾਂ ਆਪਾਂ ਡਾਇਗਰਾਮ ਬਣਾ ਲਈਏ। ਔਰ ਜਦੋਂ ਆਪਾਂ ਡਾਇਗਰਾਮ ਬਣਾ ਲਈ ਤੇ ਨਾਲ ਹੀ ਆਪਾਂ ਉਹਦੇ ਲਿਖ ਦੇਣਾ ਆ ਕਿ ਇਹਨਾਂ ਦੇ ਵਿੱਚ ਇਕੁਇਵਲੈਂਟ ਰੈਸਿਸਟੈਂਸ ਆਪਾਂ ਕਿੱਦਾਂ ਫਾਈਂਡ ਕਰੀਏ। ਅਸੀਂ ਆਪਣੇ ਵੱਲੋਂ ਕੁਝ ਇੱਕ 3 ਰੈਸਿਸਟਰਸ ਲੈ ਕੇ ਚੱਲਦੇ ਆ, ਉਹਨਾਂ ਦੇ ਅਕੋਰਡਿੰਗ ਉਹਨਾਂ ਦਾ ਡਿਫਰੈਂਸਿਸ ਦੇਖਦੇ ਆ। ਜਿਵੇਂ R1 R2 R3 ਇਹ ਸਾਡੇ ਕੋਲ ਕੋਈ ਬੈਟਰੀ ਹੈ। ਬੈਟਰੀ ਦੀ ਕੀ ਸੀ ਵੋਲਟੇਜ, ਟੋਟਲ ਵੋਲਟੇਜ ਜੋ ਸਾਨੂੰ ਕੁਐਸਚਨ ਦੇ ਵਿੱਚ ਗਿਵਨ ਹੋਏ ਕਰੇਗੀ। ਕੁਐਸਚਨ ਇਹ ਹੋਏ ਕਰੇਗਾ ਕਿ ਤੁਹਾਨੂੰ ਵੋਲਟੇਜ ਗਿਵਨ ਹੈ, ਤੁਹਾਨੂੰ 3 ਰੈਸਿਸਟਰਸ ਗਿਵਨ ਹੋਣਗੇ जिन्हें भी गिवन हुए उस क्वेश्चन में 2 ने 3 ने या जिस सिंपल क्वेश्चन भी होया तो एक रजिस्टर और एक साइड को वोल्टेज गिवन होगी। फाइंड दी अमाउंट ऑफ करंट पासिंग थ्रू दैट रजिस्टर ਅਸੀਂ ਉਹ फाइंड करना है। सो हमारे को रजिस्टर्स ने एक R1 R2 एंड R3। बड़े वाली प्लेट तो करंट जाता है, सो करंट इधर भी जा रहा है। ठीक है, सेम उस तरीके पैरेलल ਦੇ ਵਿੱਚ ਕੀ ਹੋਏਗਾ, फर्स्ट रजिस्टर, सेकंड रजिस्टर, थर्ड रजिस्टर और सारे कितना कनेक्ट है एक बैटरी के नाल, टोटल बैटरी।
ਪੁਰਾਣੇ ਚੈਪਟਰ ਨੂੰ ਰੀਕਾਲ ਕਰੀਏ, ਜੋ ਡਿਸਕ੍ਰਿਪਸ਼ਨ, ਔਰ ਜੋ ਬੱਚੇ ਸਾਡੇ ਕੋਲ ਬੇਟਾ ਨਵੇਂ ਜੁੜ ਰਹੇ ਨੇ ਸਾਡੇ ਨਾਲ ਇਸ ਲੈਕਚਰ ਦੇ ਵਿੱਚ, ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਪਲੀਜ਼ ਇੱਕ ਵਾਰ ਇਸ ਚੈਪਟਰ ਨੂੰ, ਇਸ ਜੋ ਆਪਾਂ ਪੜਨ ਜਾ ਰਹੇ ਹਾਂ, ਇਸ ਨੂੰ ਪੜਨ ਤੋਂ ਪਹਿਲਾਂ ਇੱਕ ਵਾਰ ਪਿੱਛੇ ਜਿਹੜਾ ਆਪਾਂ ਲੈਕਚਰ ਕੀਤਾ ਸੀ ਸੀਰੀਜ਼ ਔਰ ਪੈਰਲਲ ਅਰੇਂਜਮੈਂਟ ਦਾ, ਪਲੀਜ਼ ਉਹਨੂੰ ਇੱਕ ਵਾਰ ਜਾ ਕੇ ਦੇਖ ਲਓ। ਉਸ ਵਿੱਚ ਜੋ ਅਸੀਂ ਪੜ੍ਹਿਆ ਉਸ ਨੂੰ ਇੱਕ ਵਾਰ ਰੀਕਾਲ ਕਰਕੇ ਆਓ, ਧਿਆਨ ਦੇ ਨਾਲ ਸਮਝ ਕੇ ਆਓ, ਔਰ ਫਿਰ ਸਾਡੇ ਨਾਲ ਜੁੜੋ। ਇਹ ਸਾਡੀ ਰਿਕੁਐਸਟ ਹੈ ਬੇਟਾ, ਕਿਉਂਕਿ ਸਿੱਧਾ ਆਪਾਂ ਪੜਾਂਗੇ ਇਹਦੇ ਵਿੱਚੋਂ ਉੱਪਰੋਂ ਜੇ ਤੁਹਾਨੂੰ ਸਮਝਾਈਆਂ ਜਾਣਗੀਆਂ ਉਹ ਤੁਹਾਡੇ ਦਿਮਾਗ ਵਿੱਚ ਚੰਗੀ ਤਰ੍ਹਾਂ ਪੈਣੀਆਂ ਨਹੀਂ। ਸੋ ਪਿਛਲਾ ਚੈਪਟਰ ਇੱਕ ਵਾਰ ਦੇਖ ਕੇ ਆਓ, ਜੋ ਆਪਾਂ ਲੈਕਚਰ ਕੀਤਾ ਸੀ ਸੀਰੀਜ਼ ਔਰ ਪੈਰਲਲ ਅਰੇਂਜਮੈਂਟ ਆਫ ਰੈਸਿਸਟਰਸ ਲਿਖਿਆ ਹੋਇਆ ਹੈ, ਉਸ ਨੂੰ ਪੜ੍ਹ ਕੇ ਉਸ ਨੂੰ ਸਮਝ ਕੇ ਆਓ, ਔਰ ਫਿਰ ਸਾਡੇ ਨਾਲ ਹੁਣ ਅੱਗੇ ਜੁੜੋ। ਇਸ ਦੇ ਵਿੱਚ ਰੈਸਿਸਟਰ R1 R2 R3 ਟੋਟਲ ਵੋਲਟੇਜ ਇਹ ਹੈ। ਇੱਥੋਂ ਚੀਜ਼ ਸਮਝਾਈ ਸੀ ਬੇਟਾ ਕਿ ਕੁਐਸਚਨ ਵਿੱਚ ਸਾਨੂੰ ਸੀਰੀਜ਼ ਵਗੈਰਾ ਕਦੀ ਆਇਆ ਹੋਵੇ ਤਾਂ ਇੱਥੋਂ S ਦਾ ਮਤਲਬ ਕੀ ਸੀ, ਸਿੱਧਾ ਸਮ ਕਰਨਾ, ਠੀਕ ਹੈ। ਇਸ ਦੇ ਵਿੱਚ P ਲਿਖਿਆ ਮੀਨਸ ਇਹਦੇ ਵਿੱਚ ਵੀ ਆਪਾਂ ਕਿੱਦਾਂ ਕਰਨਾ ਹੈ, ਕਰਨੀ ਐਡੀਸ਼ਨ ਹੀ ਹੈ, ਕਿਉਂਕਿ ਸਾਨੂੰ ਪਤਾ ਆਪਾਂ ਓਵਰਆਲ ਲੋਡ ਚੈੱਕ ਕਰਨਾ ਕਿ ਓਵਰਆਲ ਰੈਸਿਸਟਰ ਜਿਹੜੇ ਨੇ ਆਪਾਂ ਸਾਰੇ ਕਿੱਦਾਂ ਉਹਨਾਂ ਨੂੰ ਐਡ ਆਨ ਕਰੀਏ ਪੈਰਲਲ ਔਰ ਸੀਰੀਜ਼ ਵਾਲੇ ਦੇ ਕੇਸ ਵਿੱਚ, ਠੀਕ ਹੈ। ਸੀਰੀਜ਼ ਔਰ ਪੈਰਲਲ ਵਾਲੇ ਦੇ ਵਿੱਚ ਆਪਾਂ ਉਹਨਾਂ ਦੋਵਾਂ ਨੂੰ ਅਰੇਂਜ ਕਿੱਦਾਂ ਕਰਨਾ ਹੈ। ਜੋ ਸੀਰੀਜ਼ ਵਾਲਾ ਹੈ ਉਹਦੇ ਵਿੱਚ ਸਿੱਧਾ ਬੇਟਾ ਆਪਾਂ ਸਮ ਅਪ ਕਰਨਾ, ਕਿਉਂਕਿ ਸਾਨੂੰ ਪਤਾ ਰੈਸਿਸਟਰਸ ਆਪਾਂ ਟੋਟਲ ਫਾਈਂਡ ਕਰਨਾ ਕਿ ਟੋਟਲ ਰੈਸਿਸਟਰਸ ਕਿੰਨੀ ਆ ਰਹੀ, ਸਾਰੇ ਐਡ ਹੀ ਕਰਨੇ ਪੈਣੇ ਆ, ਪਰ ਐਡ ਕਰਨੇ ਕਿੱਦਾਂ ਆ ਉਹ ਸਾਡੇ ਕੋਲ ਇੱਕ ਤਰੀਕਾ ਹੋਣਾ ਚਾਹੀਦਾ। ਇਸ ਦੇ ਵਿੱਚ ਐਡ ਕਿੱਦਾਂ ਕਰਨੇ, ਡਾਇਰੈਕਟਲੀ ਸਿੱਧੇ ਐਡ ਕਰ ਦੇਣੇ। P ਮੀਨਸ ਪੈਰਲਲ ਤੋਂ P ਦਾ ਮਤਲਬ ਪੁੱਠੇ ਕਰਕੇ ਪੜਨਾ, ਚੀਜ਼ ਸਮਝ ਕੇ ਰੱਖਣੀ। ਹਰੇਕ ਰੈਸਿਸਟਰ ਨੂੰ ਆਪਾਂ ਕਰਨਾ ਪੈਣਾ, ਲਮਕਾਉਣਾ ਪੈਣਾ, ਪੁੱਠਾ ਲਮਕਾਉਣਾ ਪੈਣਾ। ਔਰ ਕਿੱਦਾਂ ਸਮਝਦੇ ਪਿਆ ਦੇਖੋ ਧਿਆਨ ਨਾਲ, ਇਹ ਬੇਟਾ ਥੋੜੇ ਜਿਹੇ ਤਰੀਕੇ ਨੇ ਜਿਹਨਾਂ ਨੂੰ ਆਪਾਂ ਸਮਝਣਾ ਆ, ਠੀਕ ਹੈ। ਆਪਾਂ ਆਪਣੇ ਵੱਲੋਂ ਡਰਾਈਵ ਕੀਤੇ ਹੋਏ, ਆਪਣੇ ਵੱਲੋਂ ਸਮਝੇ ਹੋਏ ਆ ਕਿ ਆਪਾਂ ਕਿਸ ਤਰੀਕੇ ਨਾਲ ਚੀਜ਼ ਨੂੰ ਸਮਝੀਏ ਤਾਂ ਕਿ ਸਾਡੇ ਕੋਲ ਸੀਰੀਜ਼ ਔਰ ਪੈਰਲਲ ਅਰੇਂਜਮੈਂਟ ਜਿਹੜੇ ਆ ਉਹ ਸਮਝ ਕੇ ਆ ਸਕਣ, ਠੀਕ ਹੈ। ਸੋ ਇਹਦੇ ਵਿੱਚ ਆਪਾਂ ਕਿੱਦਾਂ ਕਰਾਂਗੇ, ਟੋਟਲ ਰੈਸਿਸਟੈਂਸ ਕੀ ਆਏਗੀ, ਇਕੁਇਵਲੈਂਟ ਰੈਸਿਸਟੈਂਸ ਵੀ ਲਿਖਦੇ ਆ ਕਈ ਇਸ ਨੂੰ, ਕਈ ਓਵਰਆਲ ਸੀਰੀਜ਼ ਦੇ ਵਿੱਚ ਅਰੇਂਜਮੈਂਟ ਕਿੰਨੀ ਆਏਗੀ, ਉਹ ਕੀ ਆਏਗੀ R1 R2 R3। ਇਹ ਸਿੱਧਾ ਹੈ ਸਮ, ਸੀਰੀਜ਼ ਮੀਨਸ ਸਮ, ਸਿੱਧੀ ਅਰੇਂਜਮੈਂਟ। ਪੈਰਲਲ ਹੈ, ਇਸ ਦੇ ਵਿੱਚ ਅਰੇਂਜ ਆਪਾਂ ਕਿੱਦਾਂ ਕਰਾਂਗੇ, R equivalent, ठीक है। वो कितना आएगी साडे कोल, पुट्ठा कर लो क्या है R equivalent, जिन्हों असी RP भी लिख सकते हैं, इक्वल्स टू की आएगा 1/R1 प्लस 1/R2 प्लस 1/R3। एलसीएम लवांगे और बाद विच इस चीज नू रेसिप्रोकल कर देंगे। रेसिप्रोकल करता, आरपी फाइंड करना, आरपी की साडे को आ गया ना, लोड आ जाना, टोटल रेजिस्टेंस आ जानी है सीरीज और पैरेलल वाले केस। पैरेलल में जिद्दां होगी, सीरीज वाले केस इस तरीके से आएगी। सेकंड पॉइंट की सी जो बेटा ਆਪਾਂ ਇਸੇ ਡਾਇਗਰਾਮ ਤੋਂ ਸਮਝਦੇ ਪਏ ਆ, ਉਹ ਇਹ ਕਿ ਇਸ ਕੇਸ ਦੇ ਵਿੱਚ ਕੀ ਰਹਿ ਰਿਹਾ ਸੇਮ। ਦੇਖੋ ਆ ਕਰੰਟ ਇੱਥੋਂ ਜਿਹੜਾ ਆਈ ਜਾ ਰਿਹਾ, ਰਸਤਾ ਕਰੰਟ ਦਾ ਕੀ ਹੈ, ਇਸ ਦੇ ਵਿੱਚੋਂ ਦੀ ਨਿਕਲ ਕੇ ਪਾਸ ਹੋ ਕੇ ਜਾ ਰਿਹਾ। ਇਸ ਦੇ ਵਿੱਚ ਕਿੱਦਾਂ ਆ, ਕਰੰਟ ਬੜੀ ਪਲੇਟ ਤੋਂ ਜਾ ਰਿਹਾ ਇੱਧਰ, इथों कुछ तो करंट को रस्ते दो मिलते पे, एक इस पास जाने दे, एक पास जाने। सो इथों एक थोड़ा करंट आ सारा आई निकलिया, थोड़ा जा करंट इधर चला गया, हुण वो रस्ता इधर नु गया, सारा एक पास थोड़ी जाएगा, थोड़ा इस तरफ नु गया, थोड़ा ऊपर नु चला गया, ठीक है। उस तो बाद उस करंट दे विचों थोड़ा जा करंट इस तरफ नु गया, थोड़ा जा फिर ऊपर नु चला गया, इथों सीधा इक्को रस्ता आ। सो जो मान लिया आपां कि इहदे विचों I1 गया, इचों I2 गया, इचों I3 गया, और बाद विच इकट्ठे हुंदे होया फिर इकट्ठे हो गए सारे, और वापस इधर नु फिर किहड़ा करंट आ गया, आई। समझे बात, ध्यान देना, समझ लगी चीज की कीता आपा इहदे च। सो इहदे विच किहड़ी चीज सेम रह रही है, जल्दी बोलो, आई मींस करंट। इस दे विच करंट सेम रह रहा है, सो करंट इज सेम। ये असीं उस लेक्चर दे विच भी ध्यान देना समझिया सी। सो इहदे विच करंट इज नॉट सेम, जां आपां इस नूं इह वी लिख लईदा है कि करंट इज सेम, ते इहदे विच की कहांगे, वोल्टेज इज सेम। कितना कहना वोल्टेज सेम, पिछले वाले विच आपां इसका प्रूफ भी किया सी कि क्यों वोल्टेज सेम रहिंदी और क्यों करंट सेम रहिंदा, दोवां वाले वक्-वक् केस विच। सीरीज विच क्यों करंट सेम रहिंदा, वोल्टेज पैरेलल वाले केस विच क्यों सेम रहिंदी है। बट आपां इत्थे पढ़ भी लईए, इन्हां विच आपां किद्दां पॉइंट्स लिखांगे बेटा, इदां अगर पॉइंट्स लिखदे पे आपां कि करंट इज सेम, हियर करंट इज नॉट सेम, नेक्स्ट पॉइंट बना रहे हैं वोल्टेज इज नॉट सेम, हियर वोल्टेज इज सेम, तो चीज बुरी लगदी है। आपां सिर्फ ये देखिए पॉइंट्स कम बन, बट साडा जिहड़ा आंसर है वो बेस्ट होवे। सो उस दे लई की करांगे आपां, इत्थे किहड़ी चीज सेम रह रही है, हियर करंट इज सेम बिकॉज करंट इज पासिंग थ्रू ऑल द रेजिस्टर्स इक्वली। और इत्थे की हो रहा है बेटा, इत्थे करंट जिहड़ा आ रहा है, करंट इज डिवाइडेड इन ईच ऑफ द रेजिस्टर्स अकॉर्डिंग टू द वैल्यूज ऑफ दीस रेजिस्टर्स। फिर उस तो बाद वो सारी रेजिस्टर्स इकट्ठी हो के वापस इधर विचों करंट पास हो के सारा वापस साडी बैटरी तक पहुंचदा पिया,
ਠੀਕ ਹੈ। देयरफॉर ਇੱਥੇ ਕਰੰਟ ਤੱਕ ਡਿਫਰੈਂਟ ਹੁੰਦਾ ਜਾ ਰਿਹਾ ਆ, ਤੇ ਇਹਨਾਂ ਦੇ ਵਿਚਕਾਰ ਜਿਹੜੇ ਆ ਉਹ ਰੈਸਿਸਟਰਸ ਨੇ, ਇਹਨਾਂ ਦੇ ਕ੍ਰਾਸ ਵੋਲਟੇਜ ਜਿਹੜੀ ਹੈ, ਸੋ I3 ਸੀ तो ਇੱਥੇ I3 ਕਰ ਦਈਏ, ਇੱਥੇ I2 ਸੀ ਔਰ ਇੱਥੇ I1 ਕਰ ਦਿੰਦੇ ਆ, ਕਿਉਂਕਿ ਰੈਸਿਸਟਰ 1 ਸੀ तो 1 1 2 2 ਤੇ 3 3 ਕਰ ਦਿੱਤਾ। ਇੱਥੇ ਵੋਲਟੇਜ 3 ਆ ਗਈ, ਇਹਦੇ ਕ੍ਰਾਸ ਜਿਹੜੀ ਵੋਲਟੇਜ ਹੋਏਗੀ ਉਹ ਇਹ ਹੋਏਗੀ, ਇਸ ਦੇ ਕ੍ਰਾਸ ਵੋਲਟੇਜ ਜਿਹੜੀ ਹੋਏਗੀ ਉਹ V1 ਹੋਏਗੀ। ਸੋ देयरफॉर ਹਰੇਕ ਦੇ ਅਕੋਰਡਿੰਗਲੀ ਹਰ ਇੱਕ ਰੈਸਿਸਟਰ ਦੇ ਅਕ੍ਰਾਸ ਵੋਲਟੇਜ ਪੈਰਲਲ ਦੇ ਵਿੱਚ ਕੀ ਰਹਿੰਦੀ ਹੈ, ਸੇਮ। ਇਸ ਦਾ ਅਸੀਂ ਪ੍ਰੂਫ ਪਿਛਲੇ ਲੈਕਚਰ ਦੇ ਵਿੱਚ ਕੀਤਾ ਹੈ। ਸੋ ਜਿਹੜੇ ਬੱਚੇ ਨਵੇਂ ਜੁੜੇ ਹੋ ਪਲੀਜ਼ ਰਿਕੁਐਸਟ ਕਰ ਰਹੇ ਹਾਂ, ਅਸੀਂ ਪਿਛਲਾ ਲੈਕਚਰ ਦੇਖ ਕੇ ਜਰੂਰ ਆਓ, ਇਦਾਂ ਸਿੱਧੀ ਚੀਜ਼ ਸਮਝ ਨਹੀਂ ਆਉਣੀ ਆਪਾਂ ਨੂੰ। ਇਸ ਦੇ ਵਿੱਚ ਰੈਸਿਸਟੈਂਸ ਇਦਾਂ ਲਿਖੀ ਦੀ ਹੈ, ਪੈਰਲਲ ਦੇ ਵਿੱਚ ਇਸ ਤਰੀਕੇ ਨਾਲ ਟੋਟਲ ਰੈਸਿਸਟੈਂਸ ਫਾਈਂਡ ਕਰੀ ਦੀ ਹੈ। ਹੇਅਰ ਕਰੰਟ ਇਜ਼ ਸੇਮ, ਹੇਅਰ voltage is same as current is not same, here current is same but voltage is not same। so ਅਸੀਂ ਕੋਈ ਵੀ ਪੁਆਇੰਟ ਬੇਟਾ ਕਿਸੇ ਵੀ ਤਰੀਕੇ ਦੇ ਨਾਲ ਲਿਖ ਸਕਦੇ ਹਾਂ। ਫਿਰ ਹਰ ਇੱਕ ਰੈਸਿਸਟਰ ਦੇ ਕ੍ਰਾਸ ਵੋਲਟੇਜ ਅਲੱਗ-ਅਲੱਗ ਹੋਏਗੀ, ਔਰ ਵੋਲਟਮੀਟਰ ਲੱਗਦਾ ਕਿਵੇਂ ਹੈ, ਪੈਰਲਲ ਦੇ ਵਿੱਚ, ਜਿਵੇਂ ਇਸ ਰੈਸਿਸਟਰ ਦੇ ਕ੍ਰਾਸ ਮੈਂ ਲਗਾਇਆ ਹੋਇਆ ਹੈ। ਠੀਕ ਹੈ। ਸੋ ਸਾਡੇ ਕੋਲ 2 ਪੁਆਇੰਟ ਬਣ ਚੁੱਕੇ ਬੜੇ ਅੱਛੇ ਤਰੀਕੇ ਨਾਲ। ਥਰਡ ਪੁਆਇੰਟ ਲਿਖੇ ਕੀ ਹੈ ਬੇਟਾ, ਸੀਰੀਜ਼ ਵਾਲੇ ਕੇਸ ਦੇ ਵਿੱਚ, ਇਸ ਦੇ ਵਿੱਚ ਇਹ ਜਿੰਨੇ ਰੈਸਿਸਟਰ ਸੀਗੇ ਸਾਰੇ ਐਡ ਆਨ ਹੋ ਰਹੇ ਆ। ਮੀਨਸ ਇੱਕ ਦੀ ਵੈਲਿਊ ਮੰਨ ਲਓ 2 ਹੈ, ਇੱਕ ਦੀ 3 ਹੈ, ਇੱਕ ਦੀ 4 ਹੈ, 3 2 5, ਠੀਕ ਹੈ, 5 4 9। ਸੋ ਓਵਰਆਲ ਰੈਸਿਸਟੈਂਸ ਇਹਦੀ ਕੀ ਬਣ ਗਈ, 9 ਬਣ ਗਈ। ਠੀਕ ਹੈ। ਇਸ ਵਾਲੇ ਕੇਸ ਦੇ ਵਿੱਚ ਅਗਰ ਮੈਂ ਲਿਖਣਾ ਹੈ 1/2 + 1/3 + 1/4, तो ਉਹਦੀ ਵੈਲਿਊ ਜੋ ਆਏਗੀ ਐਲਸੀਐਮ ਲੈ ਕੇ ਬਾਅਦ ਰੈਸਿਪਰੋਕੇਟ ਕਰਾਂਗੇ ਤੇ ਆਰਪੀ ਦੀ ਵੈਲਿਊ ਘਟ ਜਾਂਦੀ ਹੈ। देयरफॉर ਪੈਰਲਲ ਦੇ ਵਿੱਚ ਰੈਸਿਸਟੈਂਸ ਜਿਹੜੀ ਹੁੰਦੀ ਹੈ, ਇਕੁਇਵਲੈਂਟ ਰੈਸਿਸਟੈਂਸ ਜਿਹੜੀ ਹੁੰਦੀ ਹੈ, ਉਹਦੀ ਵੈਲਿਊ ਕੀ ਹੁੰਦੀ ਹੈ, ਮਿਨੀਮਮ। ਔਰ ਸੀਰੀਜ਼ ਵਾਲੇ ਕੇਸ ਦੇ ਵਿੱਚ ਸਾਰੇ ਸਿੱਧੇ ਐਡ ਆਨ ਹੁੰਦੇ ਆ, ਸੋ ਉਹਨਾਂ ਦੇ ਵਿੱਚ ਰੈਸਿਸਟੈਂਸ ਦੀ ਵੈਲਿਊ ਕੀ ਹੁੰਦੀ ਹੈ, ਮੈਕਸਿਮਮ। ਇੱਥੇ ਆਪਾਂ ਫਿਰ ਡਿਫਰੈਂਸ ਵਿੱਚ ਕੀ ਲਿਖਾਂਗੇ, ਰਿਕੁਆਇਰਡ ਨਾ ਲਿਖੋ ਬੇਟਾ, ਤੁਸੀਂ ਇਸ ਨੂੰ ਲਿਖੋ ਇਕੁਇਵਲੈਂਟ। इक्विवेलेंट रेजिस्टेंस या टोटल रेजिस्टेंस, टोटल ही लिख सकते हैं। टोटल रेजिस्टेंस इज मैक्सिमम। इथे टोटल रेजिस्टेंस इज मिनिमम। समझे। नेक्स्ट पॉइंट कौन सा यार, इन्हां वाले केसेस दे विच, सीरीज वाले केस वो ऐसी अरेंजमेंट जिस दे विच ओवरऑल रेजिस्टेंस बहुत वध जाए। ठीक है। ओम्स लॉ तो आपां एक चीज पढ़ी सी और पिछले लेक्चर भी थोड़ा डिस्क्राइब किया सी, V और I और R दोनों आपस में इनवर्सली प्रोपोर्शनल है। अगर R वध जाए तो I घट जाता है। घरां दे विच किसी भी चीज नूं चलाउणा होवे तां किहड़ी चीज चाहिदी है, बैक एंड तो वोल्टेज होनी चाहिए और घरां दे विच करंट प्रोड्यूस होना चाहिए। तो वो करंट किस नूं चलावेगा, जो साडी रजिस्टर्स ने, जिहड़े साडे कोल लोड ने, लोड इक्विपमेंट्स ने, सब उन्हां नूं चलावेगा, जिन्ने अप्लायंसेस ने साडे घर च। देयरफॉर करंट दा होना बहुत जरूरी है। तो जेकर करंट अच्छा आवेगा तो करंट अच्छा किहदे विच आएगा, जिथे रजिस्टेंस दी वैल्यू की होएगी, मिनिमम। देयरफॉर दोनों वाले केसेस दे विच ओवरऑल रजिस्टेंस दी वैल्यू मिनिमम किथे हो रही, सीरीज और पैरेलल वाले केस च। जल्दी बोलो, सोचो, आंसर लिखा है साफ समझ आ रहा है, कंसंट्रेट सुनते पे हो, ध्यान नाल सुनते पे हो, तो आंसर अपने आप निकल के आ रहा है। सो देयरफॉर इक्विवेलेंट रेजिस्टेंस हियर इट इज मैक्सिमम, देयरफॉर हियर द करंट विल बी लेस, करंट लेस है। देयरफॉर हाउसहोल्ड घरां में वायरिंग की है, घरां में डिवाइसेस अप्लायंसेस आप कनेक्ट किए हुए हैं, वो सारे आप सीरीज नहीं लावांगे। क्यों नहीं लावांगे सीरीज, क्योंकि सीरीज में लगाउण दे नाल ओवरऑल रेजिस्टेंस वध जानी, क्योंकि हर एक अप्लायंस दा आपो अपनी रेजिस्टेंस हुंदी है। ठीक है ना। जदों तुसी तुहाडे घर दे विच तुसी कोई भी मशीन या अप्लायंस लिआंदा होगा, अपने घरां विच रखिया होगा, उहदे एक बाहरले पासे एनवेलप हुंदा है, उस एनवेलप दे उपर प्रॉपर उहदी लिखी हुंदी रेटिंग्स, उसनूं आपां रेटिंग बोलदे हैं बेटा, पावर रेटिंग, कि ए इस दे लई इस चों करंट इन्ने एंपीयर दा पास होएगा, इस ए इन्नी वोल्टेज चलेगा। ठीक है ना। सो सब चीज़ां उपर लिखिया होंदियां, इस दी इन्नी रेजिस्टेंस है। इत्थों की चीज समझ लगी कि वो सारी रेजिस्टेंसिस ਜਿਹੜੇ ਉਸ डिवाइसेस ਦੇ ਹੈਗੇ ਨੇ, ਉਹ अगर ਆਪਾਂ ਸਾਰੇ सीरीज ਵਿੱਚ ਇਕੱਠੇ ਕਰ ਦਾਂਗੇ, प्लस कर ਦਾਂਗੇ, जो सारे इकट्ठे सीरीज ਵਿੱਚ जब प्लस कर देते तो फिर की होगा, रेजिस्टेंस बहुत वध गई।
ठीक है ना, वध गई तो करंट मिनिमम हो गया। करंट मिनिमम हो गया तो ਇਹਦਾ मतलब डिवाइसेस अच्छी तरह ਚੱਲਣਗੇ नहीं, क्योंकि हर एक चीज ਨੂੰ ਚਲਾਉਣ ਵਾਸਤੇ ਕੀ ਜ਼ਰੂਰੀ ਹੈ, ਕਰੰਟ। देयरफॉर ਘਰਾਂ ਦੇ ਵਿੱਚ ਇਹ ਡੋਮੈਸਟਿਕ ਵਾਇਰਿੰਗ ਦੇ ਵਿੱਚ ਸੀਰੀਜ਼ ਅਰੇਂਜਮੈਂਟ ਪ੍ਰੈਫਰ ਨਹੀਂ ਕੀਤਾ ਜਾਂਦਾ, ਠੀਕ ਹੈ। not suitable for domestic wiring। इतनी लिखा क्या था बेटा, suitable for domestic wiring, because here the overall resistance will be less, and when resistance will be less, current will be maximum। So next fifth point it is, अगर असी बेटा ये जिन्ने भी डिवाइसेस ने सारे दे सारे सीरीज विच लगे हो, एक एग्जांपल तौर पे असी समझते हैं कोई घरां दे विच प्रोग्राम होवे, जिवें पहला अर्लीयर केसिस दे विच किसी घर दे विच कोई मैरिज फंक्शन हुंदा सी तो सारे दे सारे जिहड़ी ओ लाइटिंग्स करदे हुंदे सी घरां विच, ਉਹ ਸਾਰੇ ਦੇ ਸਾਰੇ ਕਿੱਦਾਂ ਹੁੰਦੇ ਸੀ, ਇੱਕ ਵਾਇਰ, ਉਸ ਵਾਇਰ ਤੋਂ ਅੱਗੇ ਇੱਕ ਬਲਬ ਹੋਰ ਲੱਗਾ, ਉਸ ਵਾਇਰ ਤੇ ਇੱਕ ਬਲਬ ਹੋਰ, ਇੱਕ ਬਲਬ ਹੋਰ, ਇੱਕ ਬਲਬ ਹੋਰ, ਔਰ ਇੱਕ ਵਾਇਰ ਵਾਪਸ ਲੈ ਕੇ ਜਾਂਦੀ ਸੀ, ਠੀਕ ਹੈ। ਤੇ ਉਸ ਦੌਰਾਨ ਅਗਰ ਇੱਕ ਵੀ ਬਲਬ ਜਿਹੜਾ ਸੀ, ਉਹ ਜੋ ਬਲਬ ਅਸੀਂ ਲਗਾਏ ਛੋਟੇ ਛੋਟੇ ਬਲਬਸ ਲਾਈਟਿੰਗ ਵਾਸਤੇ ਯੂਜ਼ ਹੁੰਦੇ ਸੀ, ਉਹਨਾਂ ਵਿੱਚੋਂ ਅਗਰ ਇੱਕ ਵੀ ਖਰਾਬ ਹੋ ਜਾਂਦਾ ਸੀ, ਮੀਨਸ ਆ ਖਰਾਬ ਹੋ ਗਿਆ, सीरीज ही लगे, मतलब 3 बल्ब लगाए हैं, मैं अपने घर की छत के ऊपर 3 बल्ब लगवाए हुए हैं, लाइटिंग वास्ते लगवाए, एग्जांपल तौर से मान लिया। तो अगर ए वाला जिहड़ा है ये सही चलता पाया, ये खराब हो गया तो ये चलता पाया, तो करंट की च पास होएगा, क्योंकि करंट कितना पास हो जा रहा है, आ एक रजिस्टर आ, इस दे नाल आ दो वायरिंग्स हैं जिहड़े मेरी आर्म्स ने, ये तो एक्ट करदे पे एज ए वायर्स, ठीक है। करंट ਇਹਦੇ ਵਿੱਚੋਂ ਦੀ आया, R1 सही चलता, R2 खराब होया, R3 सही चलता, सो R1 इस पासों करंट आया, इस मेरी बाजू चो आ रहा, एक रजिस्टर आया, मैं खराब पिया होया, मेरे विचों दी करंट पास नहीं होएगा क्योंकि मैं तो खराब है, ठीक है ना। मेरी जी सर्किट है मेरा उड़िया होया, सो मेरा मतलब मेरी वर्किंग नहीं सही चलती, मेरा रजिस्टर काम नहीं करता पाया, सो अगे वाला जिहड़ा आ कि वो करंट गैदर कर पाएगा, वो तक करंट पहुंचेगा नहीं पहुंचेगा, क्योंकि मैं की हाँ ऑफ कंडीशन में हाँ, मैं बंद पिया होया, मैं खराब है इस वक्त, सो R2 रजिस्टर ऑफ है, R2 रजिस्टर खराब होया होया, देयरफॉर करंट विच इजीली पास नहीं करेगा। अगर करंट पास नहीं करेगा देयरफॉर बाकी दो बल्ब भी नहीं चलणगे। सो ये तो 3 केस हुए, ਆਪਾਂ ਨੂੰ ਕਰਨਾ ਪੈਣਾ, ਚੈੱਕ ਕਰਨਾ ਪੈਣਾ, ਇਹ ਸਹੀ ਚੱਲਦਾ ਕਿ ਸਹੀ ਚੱਲਦਾ ਕਿ ਸਹੀ ਚੱਲਦਾ। देयरफॉर अगर ਜਦੋਂ ਆਪਾਂ ਘਰਾਂ ਦੇ ਵਿੱਚ ਲਾਈਟਨਿੰਗ ਕੀਤੀ ਹੋਵੇ ਉੱਥੇ ਬਹੁਤ ਸਾਰੇ ਬਲਬ ਹੋਣਗੇ, तो जो ਇਲੈਕਟ੍ਰੀਸ਼ੀਅਨ ਆ ਉਹ ਤਾਂ ਚੈੱਕ ਕਰਦਾ ਕਰਦਾ ਕਮਲਾ ਹੋ ਜੂ, ਠੀਕ ਹੈ। ਸੋ ਸੱਚ ਕੇਸਿਸ ਦੇ ਵਿੱਚ ਬੇਟਾ ਕੀ ਹੁੰਦਾ ਆ ਕਿ ਸੀਰੀਜ਼ ਦੇ ਵਿੱਚ ਅਸੀਂ ਜਿੰਨੇ ਵੀ ਬਲਬਸ ਹੁੰਦੇ ਆ ਉਹ ਅਰੇਂਜ ਨਹੀਂ ਕਰਦੇ, ਕਿਉਂਕਿ ਅਗਰ ਇੱਕ ਵੀ ਖਰਾਬ ਹੋ ਜਾਏ ਤਾਂ ਸਾਰੀ ਲਾਈਟਨਿੰਗ ਕੀ ਹੋ ਜਾਂਦੀ ਹੈ, ऑफ हो जाती है, सो फॉल्ट लभना बहुत डिफिकल्ट हो जाता है। देयरफॉर फॉल्ट कैनॉट बी इजीली फाउंड हेयर। इस केस विच की है, सारे किवें लगे है, पैरेलल दे विच। हुण जिन्ने भी वो जिहड़े घरां विच लाइटनिंग कीती हुंदी आ उस वाले केस विच की हुंदा बेटा, हर एक वायर नूं वखरा वखरा, हर एक बल्ब नूं वखरा वखरा कनैक्शन गया होंदा, देयरफॉर तां ही 2-3 तारां इकट्ठियां जांदियां, ठीक है। सो उस केस विच की होगा, पैरेलल दे विच का बल्ब लगा, का बल्ब लगा, का बल्ब लगा, सो जिन्नियां भी वोल्टेज पिछों करदे मेन स्विच तो जिहड़ी उन्हां नूं करंट जांदा होएगा ਉਹ हर एक नूं वखरा वखरा जांदा होगा अकॉर्डिंग टू देयर रेजिस्टेंस वैल्यू। जिस दी रेजिस्टेंस जिहड़ी है बहुत ज्यादा हाई होगी उस करंट मिनिमम जांदा होगा, जिस रेजिस्टेंस बहुत घट होगी ਉਹਦੇ ਵਿੱਚੋਂ करंट होने वेल दा मैक्सिमम जांदा होएगा। देयरफॉर हर एक रजिस्टर ਨੂੰ ਵੱਖਰਾ ਵੱਖਰਾ ਕਰੰਟ ਜਾ ਰਿਹਾ। ਅਗਰ ਮੰਨ ਲਓ R2 ਇਹਦੇ ਵਿੱਚ ਖਰਾਬ ਹੋ ਗਿਆ ਤੇ ਇਹੋ ਹੀ ਇਕੱਲਾ ਨਹੀਂ ਚੱਲੇਗਾ, ਬਾਕੀ ਸਾਰੇ ਚੱਲਦੇ ਹੋਣਗੇ। ਕਿਉਂ? ਕਿਉਂਕਿ ਪੈਰਲਲ ਦੇ ਵਿੱਚ ਕਰੰਟ ਕੀ ਹੁੰਦਾ, ਡਿਫਰੈਂਟ ਹੁੰਦਾ, ਤੇ ਹਰ ਇੱਕ ਰजिस्टर ਨੂੰ ਵੱਖਰੀ ਵੱਖਰੀ ਵੋਲਟੇਜ ਆਉਂਦੀ ਹੁੰਦੀ ਹੈ, ਐਜ਼ ਵੋਲਟੇਜ ਇਜ਼ ਸੇਮ ਇਨ ਆਲ ਦਾ ਰजिस्टर्स, ठीक है। गल क्लियर हुई, गल समझ लगी। देयरफॉर फॉल्ट कैन बी इजीली फाउंड, व्हिच ऑफ द रजिस्टर्स इज नॉट वर्किंग, वी विल हैव टू रिप्लेस दैट वन, ओके। आर यू गेटिंग माय पॉइंट? सो देयरफॉर इतनी क्या आएगा बेटा, फॉल्ट कैन बी इजीली फाउंड। सो बेटा साडे कोल ये सी सारे दे सारे सीरीज और पैरेलल दे विच डिफरेंसेस। उम्मीद है तुहानूं चंगी तरह समझ आ गए होणगे। इहदा स्क्रीनशॉट लाओ और इस तो बाद जो अपना नैक्सट सी कि घरां दे विच असीं किस तरह की वायरिंग नूं कीता जावे ओहदा भी आपां इस तो आंसर लभ ही लैणा, आपां नूं पॉइंट करने की जरूरत नहीं, आपां इत्थों ही पढ़ लैंदे आ। इस नूं अगर तुसीं ध्यान दे नाल समझ लिया, पढ़ लिया और
ਦਿਮਾਗ ਦੇ ਸਾਰੇ ਖੂਨੇ ਜਿਹੜੇ ਆਪਣੇ ਕੋ ਕੋਨੇ ਨੇ ਉਹ ਸਾਰੇ ਖੋਲ ਕੇ ਪੜਿਆ, ਸਮਝ ਕੇ ਪੜਿਆ, ਕੰਨਾਂ ਦੇ ਨਾਲ ਪ੍ਰੋਪਰਲੀ ਚੀਜ਼ਾਂ ਨੂੰ ਸੁਣਿਆ, ਤਾਂ ਬੇਟਾ ਸਾਨੂੰ ਇੱਕ ਚੀਜ਼ ਬਹੁਤ ਚੰਗੀ ਤਰ੍ਹਾਂ ਕਲੀਅਰ ਹੋ ਗਈ ਹੋਣਗੀ। ਉਹ ਕਿਹੜੀ ਚੀਜ਼ ਆ? ਉਹ ਇਹ ਕਿ ਇਹਨਾਂ ਦੇ ਵਿੱਚ ਕਿਹੜੀ ਵਾਇਰਿੰਗ ਹੈ, ਸੀਰੀਜ਼ ਔਰ ਪੈਰਲਲ ਵਾਇਰਿੰਗ ਦੋਵਾਂ ਦੇ ਵਿੱਚੋਂ ਕਿਹੜੀ ਐਸੀ ਵਾਇਰਿੰਗ ਹੈ ਜਿਹੜੀ ਆਪਾਂ ਘਰਾਂ ਦੇ ਵਿੱਚ ਯੂਜ਼ ਕਰਾਂਗੇ। ਸੋ ਆਨਸਰ ਇਜ਼ ਪੈਰਲਲ। ਕਿਉਂ? क्योंकि fault can be easily found. Okay, every resistor will get an proper voltage because voltage is same in all the resistors connected in parallel condition. Okay, so first difference, first point ਸਾਡੇ ਕੋਲ ਕੀ ਹੋਇਆ ਕਿ fault can be easily found. Clear? Second is voltage is same in all the resistors, so every resistor will work properly because every of the resistors will get an proper amount of current. ठीक है, इंडिविजुअली करंट हर एक को पहुंचता होगा। सो देयरफॉर इट इज द सेकंड पॉइंट। एंड थर्ड पॉइंट इज ओवरऑल रेजिस्टेंस इज मिनिमम इन पैरेलल कंडीशंस। Hence, due to these 3 points, we are preferring the parallel connection wiring in our domestic purposes. Okay बेटा, उम्मीद है सबको समझ आ गया होना। ਇਹਦਾ ਸਕਰੀਨਸ਼ਾਟ ਲਓ और ਜਿਹੜੇ ਮੈਂ 3 ਪੁਆਇੰਟਸ ਬੋਲੇ ਮੈਂ ਲਿਖਵਾ ਨਹੀਂ ਰਿਹਾ ਬੇਟਾ, ਇਹਨਾਂ 3 ਪੁਆਇੰਟਸ ਨੂੰ ਧਿਆਨ ਨਾਲ ਸਮਝਣਾ और रोक के पॉज करके 3 पॉइंट्स कॉपी ऊपर लिख लेने हैं। सो नोट्स बनाओ बड़े ध्यान के नाल क्योंकि चीज़ें बहुत काम दी ने 10th में सब चीज़ें आउंडियां ने। ठीक है, इसका स्क्रीनशॉट लो जल्दी ना, फिर ਆਪਾਂ ਕੀ ਕਰਦੇ हैं न्यूमेरिकल्स करने ਹੁਣ स्टार्ट। सो बेटा जी जो नेक्स्ट आप करने जा रहे हैं वो है सीरीज और पैरेलल अरेंजमेंट। वीडियो चेक करने दो एक बार। ओके, इट्स वर्किंग। सीरीज और पैरेलल अरेंजमेंट ਦੀ ਆਪਾਂ न्यूमेरिकल्स करने हैं बेटा। ਹੁਣ ਸਾਡੀ ਮਰਜ਼ੀ ਹੈ कैसे भी ਰੈਸਿਸਟਰਸ ਆਪਾਂ ਲੈ ਸਕਦੇ ਹਾਂ, ਉਹਨਾਂ ਦੀ ਵਰਕਿੰਗ ਕਿਵੇਂ ਹੋਊਗੀ। ਅਗਰ ਅਸੀਂ ਜਿਹੜਾ ਲੈਕਚਰ ਲਗਾਇਆ ਬੇਟਾ, ਜੋ ਅਸੀਂ ਸਮਝਿਆ ਇਸ ਚੀਜ਼ ਨੂੰ ਅਗਰ ਆਪਾਂ ਤਰੀਕੇ ਨਾਲ ਦਿਮਾਗ ਦੇ ਵਿੱਚ ਪਾ ਲਿਆ ਹੋਊਗਾ ਤਾਂ ਫਿਰ ਐਸੀ ਕੋਈ ਚੀਜ਼ ਨਹੀਂ, ਐਸਾ ਕੋਈ ਕੁਐਸਚਨ ਨਹੀਂ ਹੋਊਗਾ 10th ਕਲਾਸ ਤੱਕ ਦਾ ਜਿਸ ਨੂੰ ਅਸੀਂ ਚੰਗੇ ਤਰੀਕੇ ਨਾਲ ਸੋਲਵ ਨਾ ਕਰ ਸਕੀਏ। ਸੋ ਧਿਆਨ ਦੇ ਨਾਲ ਬੇਟਾ ਸਮਝਣਾ, ਸਿਰਫ ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾਇਆ ਜਾ ਸਕਦਾ, ਇੰਪਲੀਮੈਂਟ ਤੁਸੀਂ ਆਪ ਕਰਨਾ ਹੁੰਦਾ ਹਰ ਇੱਕ ਚੀਜ਼ ਨੂੰ। ठीक है, सो क्वेश्चन की है ਸਾਡੇ ਕੋਲ, ਉਹ ਕਹਿ ਰਿਹਾ ਕਿ 3 ਰੈਸਿਸਟਰਸ ਤੇ 4 ਰੈਸਿਸਟਰ ਸਾਡੀ ਮਰਜ਼ੀ ਹੈ ਬੇਟਾ ਆਪਾਂ ਕਿੱਦਾਂ ਲੈ ਰਹੇ ਹਾਂ। ਆਪਾਂ ਇਹ ਅਨਲਿਮਿਟਿਡ ਰੈਸਿਸਟਰਸ ਲੈ ਰਹੇ ਹਾਂ 2 4 8 6 12 और अंदर अपने अकॉर्डिंग भी ਅਸੀਂ ਮੰਨ ਲਿਆ ਕਿ ਜਿਹੜੀ बैटरी लगी हुई है 48 वोल्ट ਦੀ है। ठीक है, ਜਾਂ ਇੰਨੀ ਗੱਲ ਕਹਿ ਦਿੰਦਾ ਹੂੰ कि जो बैटरी लगी हुई है वो बैटरी है 24 वोल्ट दे 2 सेल, मींस 24 वोल्ट दे 2 सेल, एक सेल आह पॉजिटिव नेगेटिव और एक सेल आह पॉजिटिव नेगेटिव, ये आपस में पॉजिटिव नेगेटिव कनेक्ट है, नेगेटिव पॉजिटिव। देयरफॉर 2 सेल ने 24 × 2 48 वोल्ट। ठीक है, चीज ਨੂੰ हर एक ਨੂੰ ਧਿਆਨ ਨਾਲ ਸੁਣਨਾ। हर एक क्वेश्चन के अंदर बहुत सारे क्वेश्चन लगे होंगे। This resistor is of 12 ohm, 6 ohm, 8 ohm, 4 ohm and 2 ohms. We will have to remind all these units of all these resistors. हर एक resistor ਦੇ ਸਾਨੂੰ units ਜਿਹੜੇ ਆ ਉਹ ਵੀ ਧਿਆਨ ਰੱਖਣਾ ਬੇਟਾ। ਕੁਐਸਚਨ ਦੇ ਨਾਲ ਜਦੋਂ ਕਰੋਗੇ units ਨੂੰ ਨਾਲ ਚੰਗੇ ਤਰੀਕੇ ਨਾਲ ਪੜਿਆ ਕਰੋ ਕਿਉਂਕਿ ਇਸੇ ਤਰੀਕੇ ਦੀ ਰਿਵੀਜ਼ਨ ਦੇ ਨਾਲ ਹੀ ਸਾਨੂੰ units ਜਿਹੜੇ ਉਹ ਵੀ ਯਾਦ ਹੁੰਦੇ ਆ। ਕੁਐਸਚਨ ਇਹ ਸਾਨੂੰ ਉਹ ਕੀ ਪੁੱਛ ਰਿਹਾ, ਉਹ ਕਹਿ ਰਿਹਾ ਜੀ ਇਕੁਇਵਲੈਂਟ ਰੈਸਿਸਟੈਂਸ ਫਾਈਂਡ ਕਰੋ, then फाइंड करो कि टोटल करंट कितना है जो कि पास हो रहा है 6 ओम ਦੇ ਵਿੱਚੋਂ। ठीक है, ਜਾਂ ਇਦਾਂ ਪੁੱਛ ਸਕਦਾ क्वेश्चन ਬਣਾਉਣ ਵਾਸਤੇ ਕਿ ओवरऑल करंट ਕਿੰਨਾ बैटरी पैदा करदी पई है, मींस बैटरी को करंट कितना पैदा करदी पई है। 6 ओम ਦੇ ਵਿੱਚੋਂ करंट कितना पास हो रहा है, 8 ओम ਦੇ ਵਿੱਚੋਂ ਦੀ करंट ਜਿਹੜਾ ਆ ਉਹ ਕਿੰਨਾ ਪਾਸ ਹੋ ਰਿਹਾ ਹੈ। ਇਹ ਚੀਜ਼ਾਂ ਸਾਡੇ ਕੋਲ ਅਸੀਂ ਆਪ ਸਮਝਣੀਆਂ, ਕੁਝ ਵੀ ਡਿਫਿਕਲਟ ਨਹੀਂਗਾ, ਕਨਸੈਪਟ ਯਾਦ ਆ ਤੇ ਹਰ ਇੱਕ ਕੁਐਸਚਨ ਹੋਏਗਾ। ਸੀਰੀਜ਼ which thing is similar, which thing is same in series connections, that is current. Therefore the current which is produced by this battery, ਉਹ ਕਰੰਟ ਲਗਾਤਾਰ ਇਸ ਵਿੱਚੋਂ ਦੀ ਪਾਸ ਹੋ ਕੇ ਇਸ ਦੇ ਵਿੱਚ ਵਾਪਸ ਆ ਰਿਹਾ ਹੈ ਬਿਕੋਜ਼ ਇਹ ਪੋਜ਼ਿਟਿਵ ਟਰਮੀਨਲ ਇਹ ਜ਼ਿਆਦਾ ਸਾਈਜ਼ ਦਾ ਹੈ, ਇਸ ਚੋਂ ਕਰੰਟ ਲਗਾਤਾਰ ਅੱਗੇ ਪਾਸ ਹੁੰਦਾ ਜਾ ਰਿਹਾ ਹੈ। ਸੋ ਇਟ ਕਮਸ ਬੈਕ ਟੂਵਰਡਸ ਦਿਸ ਨੈਗੇਟਿਵ ਟਰਮੀਨਲ ਆਫ ਦੀ ਬੈਟਰੀ। ਸੋ ਜਿਹੜਾ ਇਹ ਕਰੰਟ ਬੇਟਾ ਇੱਧਰ ਦੀ ਪਾਸ ਹੋ ਕੇ ਵਾਪਸ ਆ ਰਿਹਾ ਆ, ਸੋ ਉਸ ਨੂੰ ਅਸੀਂ ਕਰੰਟ ਨੂੰ ਜਿਹੜਾ ਇਹ ਕਰੰਟ ਜਿਹੜਾ ਹੈ ਇਸ ਨੂੰ ਅਸੀਂ ਫਾਈਂਡ ਕਰਨਾ। ਔਰ ਕੁਐਸਚਨ ਵਿੱਚ ਦੇਖੋ ਕੀ ਪੁੱਛ ਰਿਹਾ, ਉਹ ਕਹਿ ਰਿਹਾ 8 ਓਮ ਚੋਂ ਕਰੰਟ ਕਿੰਨਾ ਹੈ,
6 ओम चो करंट कितना ते बैटरी चो करंट कितना? क्या पूछ रहा है? सानू पता की है जो बैटरी ने करंट पैदा किया वही 6 चो जा रहा है, क्योंकि वायर की है सेम कोई वायर है जितना सारे रेसिस्टर्स लगे हुए हैं। ओके, देयरफॉर करंट इदा जा रहा है जी, ऐसे ऐसे जा रहा है, इथों दी वापस होंदा होया इहदे विचों दी जा रहा है। देयरफॉर 6 चो भी उन्ना ही, 8 चो भी उन्ना ही, ते बैटरी ने भी उन्ना ही करंट प्रोड्यूस किया है। ओके, सो आप फाइंड की करना, करंट फाइंड करना, करंट की रहूगा सेम। देयरफॉर वही करंट 6 चो है, वही करंट 8 चो है, ते वही करंट बैटरी दा, बिकॉज सीरीज दे विच करंट की रहता है सेम। फाइंड की करना, सीरीज कनेक्शन मींस सम आर एस की आएगा, मींस इक्विवेलेंट रेजिस्टेंस की आएगी। आ भाई जिन्हें रेजिस्टर सारे ऐड कर दिए, 12 प्लस 6 प्लस 8 प्लस 4 प्लस 2 सारे ऐड कितने की बन गया? 12 प्लस 6 18, 8 26 30 32 ओम। ठीक है बेटा, ठीक है, ओके डन। तो देयरफॉर साडे कोल बेटा किन्ने आ गए? सारे के सारे ही 32 आ गए। ठीक है, तो 32 साडे को ओम रेसिस्टर्स निकल के आ गए, जो कि की है ओवरऑल रेजिस्टेंस। करंट की आ जाएगा हुण V इक्वल्स टू IR, ओम्स लॉ पढ़ के आना पिछे चंगी तरीके दे नाल। ओम्स लॉ की कहंदा है, एक बार हल्का जिहा डिस्क्राइब कर देने आ। ਜਦੋਂ ਅਸੀਂ ਕਿਸੇ ਰੈਸਿਸਟਰ ਦੇ ਅਕ੍ਰੋਸ ਵੋਲਟੇਜ ਨੂੰ ਇਨਕਰੀਜ਼ ਕਰਦੇ ਜਾਵਾਂਗੇ ਤਾਂ ਉਸ ਦੇ ਨਾਲ ਉਸ ਦੇ ਵਿੱਚੋਂ ਦੀ ਕਰੰਟ ਜਿਹੜਾ ਹੈ ਉਹ ਵੀ ਇਨਕਰੀਜ਼ ਹੁੰਦਾ ਜਾਏਗਾ। when we are providing more and more voltage, we are getting more and more current through that resistor. If condition की है, resistor will be same and the temperature of that resistor must be same. Condition resistor ਉਹੀ ਰਹਿਣਾ ਚਾਹੀਦਾ। ਇਹ ਨਹੀਂ ਕਿ resistor ਇੱਕ ਪਹਿਲੀ ਵਾਰੀ ਅਸੀਂ ਬਲਬ ਰੱਖਿਆ, ਸੈਕਿੰਡ ਵਾਰੀ ਫੈਨ ਰੱਖ ਲਓ, ਨਹੀਂ, ਕਿਉਂਕਿ ਦੋਹਾਂ ਦੀ resistance ਅਲੱਗ-ਅਲੱਗ ਹੋ ਸਕਦੀ ਹੈ। ਠੀਕ ਹੈ ਨਾ, ਹਰ ਇੱਕ ਲੋਡ ਦੀ ਰੈਸਿਸਟੈਂਸ ਅਲੱਗ-ਅਲੱਗ ਹੁੰਦੀ ਹੈ। ਸੋ देयरफॉर ਜਦੋਂ ਕਦੀ ਵੀ ਅਸੀਂ ਕਿਸੇ ਰੈਸਿਸਟਰ ਦੇ ਕ੍ਰਾਸ ਵੋਲਟੇਜ ਪ੍ਰੋਵਾਈਡ ਕਰਾਂਗੇ ਤਾਂ ਉਹਦੇ ਵਿੱਚੋਂ ਕਰੰਟ ਜਿਹੜਾ ਹੈ ਉਹ ਆਏਗਾ। ਤਾਂ ਹੀ ਅਗਰ ਵੋਲਟੇਜ ਵੱਧਦੀ ਜਾ ਰਹੀ ਤਾਂ ਕਰੰਟ ਵੀ ਵੱਧਦਾ ਜਾਏਗਾ, ਕਿਉਂਕਿ both are directly proportional when R should be same, R same रहना चाहिए। ओके, सो ਆਪਾਂ ਇਸ ohms ਦਾ ਅਕੋਰਡਿੰਗ ਚੱਲਣਾ ਅੱਗੇ। V equals to IR, V ਕਿੰਨਾ ਹੈ ਸਾਡੇ ਕੋਲ? ਇੱਕ R ਬਣ ਗਿਆ 32, ਸੋ ਇੱਥੇ ਆਪਾਂ R ਇਕੁਇਵਲੈਂਟ ਫਾਈਂਡ ਕਰ ਦੇਣਾ। R ਇਕੁਇਵਲੈਂਟ ਲਿਖ ਦਿੱਤਾ। ਵੋਲਟੇਜ ਹੈ ਸਾਡੇ ਕੋਲ 48, I ਹੈ ਸਾਡੇ ਕੋਲ ਹੈ ਇੰਨਾ, ਰੈਸਿਸਟੈਂਸ ਹੈਗੀ 32, ਸੋ 48 ਡਿਵਾਈਡਡ ਬਾਈ 32 ਇਕੁਅਲਸ ਟੂ I ਕਿੰਨਾ ਆ ਗਿਆ ਬੇਟਾ ਜੀ? 3/2, देयरफॉर 1.5 एंपियर इज दी आंसर। सो 1.5 एंपियर ਜਿਹੜਾ ਹੈ ਸਾਡੇ ਕੋਲ ਇਸ ਦੇ ਵਿੱਚੋਂ ਦੀ ਕਰੰਟ ਜਿਹੜਾ ਪਾਸ ਹੋ ਰਿਹਾ। ਕਰੰਟ ਦਾ ਯੂਨਿਟ ਹੈ ਐਂਪੀਅਰ। ਸੋ ਕਰੰਟ ਇਹ ਨਿਕਲ ਕੇ ਆ ਰਿਹਾ। ਧਿਆਨ ਰੱਖਣਾ ਪੈਣਾ, ਗਲਤੀਆਂ ਅਸੀਂ ਕਿੱਥੇ ਕਰਦੇ ਆ? ਸੀਰੀਜ਼ ਦੇ ਵਿੱਚ ਸਾਨੂੰ ਨੇ ਇੰਨੀ ਗੱਲ ਕਹੀ ਹੋਵੇ ਕਿ ਜਿੱਦਾਂ ਹੁਣ ਇੱਥੇ ਕਹਿ ਰਿਹਾ 6 ਓਮ ਦੇ ਵਿੱਚੋਂ ਦੀ ਕਰੰਟ ਫਾਈਂਡ ਕਰਕੇ ਦੱਸੋ, ਤੇ ਬੱਚੇ ਕੀ ਕਰਦੇ ਆ? ਇਹ ਜੋ ਵੋਲਟੇਜ ਹੈ ਇਸ ਨੂੰ ਯੂਜ਼ ਕਰ ਲੈਂਦੇ ਆ, ਨਾਲ ਰੈਸਿਸਟੈਂਸ ਦੇ ਤੌਰ ਦੇ ਉੱਪਰ ਇਸ 6 ਓਮ ਨੂੰ ਯੂਜ਼ ਕਰ ਲੈਂਦੇ ਆ। ਨਹੀਂ, ਇਦਾਂ ਨਹੀਂ ਕਰਨਾ, ਕਿਉਂਕਿ ਸੀਰੀਜ਼ ਦੇ ਵਿੱਚ ਬੇਟਾ ਜੀ ਕੀ ਹੋ ਰਿਹਾ ਆ? ਕਰੰਟ ਸੇਮ ਰਹਿ ਰਿਹਾ ਹੈ, ਤੇ ਅਸੀਂ ਸਾਨੂੰ ਕੀ ਕਰਨਾ ਪੈਣਾ? ਸਾਨੂੰ ਸਾਰੀ ਰੈਸਿਸਟੈਂਸ ਯੂਜ਼ ਕਰਕੇ ਚੱਲਣੀ ਪੈਣੀ ਹੈ। ਠੀਕ ਹੈ, ਯਾਦ ਰੱਖਣਾ ਚੀਜ਼ ਨੂੰ। ਸੇਮ ਇੱਕੋ ਹੀ ਰੈਸਿਸਟਰ ਨਹੀਂ ਲੈਣਾ। ਕਿਉਂ? ਕਰੰਟ ਫਾਈਂਡ ਕਰਨ ਨੂੰ ਕਹਿ ਰਿਹਾ। ਸੋ ਜਿਹੜੀ ਚੀਜ਼ ਸੇਮ ਹੋਵੇ ਉਸ ਚੀਜ਼ ਦੀ ਵੈਲਿਊ ਅਗਰ ਆਪਾਂ ਪਤਾ ਕਰਨੀ ਹੈ ਬੇਟਾ ਜੀ ਤਾਂ ਕਿੱਦਾਂ ਕਰਨੀ ਪੈਣੀ ਹੈ? ਅਗਰ ਸਾਨੂੰ ਸਾਰੀ ਦੀ ਸਾਰੀ ਰੈਸਿਸਟੈਂਸ ਕੀ ਕਰਨੀ ਪੈਣੀ? ਪਹਿਲਾਂ ਸੇਮ। ਕੰਡੀਸ਼ਨ ਕੀ ਹੈ? ਇਸ ਦਾ ਮਤਲਬ ਕੀ ਹੈ? ਦੇਖੋ, ਅਗਰ ਇਹ ਮੰਨ ਲਈ ਇੱਕ ਵਾਇਰ ਆ, ਠੀਕ ਹੈ, ਵਾਇਰ ਵੀ ਛੱਡੋ, ਇਸ ਨੂੰ ਅਗਰ ਆਪਾਂ ਮੰਨ ਲਈਏ ਇੱਕ ਹੋਰ ਐਗਜ਼ਾਮਪਲ ਸਿੰਪਲ, ਇੱਕ ਪਾਈਪ ਲੈ ਲਈ ਆਪਾਂ, ਪਾਈਪ ਇਹਦੇ ਵਿੱਚੋਂ ਦੀ ਪਾਣੀ ਪਾਸ ਹੋ ਰਿਹਾ, ਠੀਕ ਹੈ, ਵਾਟਰ ਦੇ ਵਿੱਚੋਂ ਅਸੀਂ ਪਾਸ ਕਰਵਾ ਰਹੇ ਹਾਂ ਇਸ ਪਾਸੇ। अगर पानी ਨੂੰ ਜਾਂਦੇ ਜਾਂਦੇ ਪਾਣੀ ਐਕਟ ਕਰਦਾ ਪਿਆ ਐਜ਼ ਅ ਕਰੰਟ, ਇਹ ਜੋ ਵਾਇਰ, ਇਹ ਜੋ ਪਾਈਪ ਹੈ ਇਹ ਐਕਟ ਕਰਦੀ ਪਈ ਐਜ਼ ਅ ਵਾਇਰ। ਅਗਰ ਇੱਥੇ ਕੋਈ ਪ੍ਰੈਸ ਕਰਦਾ ਆ ਤਾਂ ਕਰੰਟ ਦਾ ਲੈਵਲ ਵਧੇਗਾ ਘਟੇਗਾ? ਆਬਵੀਅਸਲੀ ਘਟੇਗਾ, ਪਿੱਛੋਂ ਕਰੰਟ ਉਸ ਹਿਸਾਬ ਨਾਲ ਆਏਗਾ, ਕਿਉਂਕਿ ਦੱਬ ਪੈ ਰਹੀ ਨਾ, ਪਾਣੀ ਉਹਦੇ ਵਿੱਚੋਂ ਉਹਨੇ ਤਰੀਕੇ ਨਾਲ ਪਾਸ ਨਹੀਂ ਹੋਗਾ ਸਪੀਡ ਦੇ ਨਾਲ। ਇੱਥੋਂ ਵੀ ਘੁੱਟ ਦਾਂਗੇ ਤਾਂ ਕੀ ਹੋਏਗਾ? ਹੋਰ ਕਰੰਟ ਦੀ ਲੈਵਲ ਘਟ ਜਾਊਗਾ, ਪਾਣੀ ਦਾ ਲੈਵਲ ਹੋਰ ਘਟੇਗਾ। ਇੱਥੋਂ ਅਗਰ ਆਪਾਂ ਪ੍ਰੈਸ ਕਰ ਦਾਂਗੇ ਤਾਂ ਹੋਰ ਘਟੇਗਾ। ਸੋ ਸਾਰੀ ਰੁਕਾਵਟ ਕਿੰਨੀ ਹੋਈ?
क्योंकि हर रुकावट ਦੇ ਨਾਲ ਕੀ ਹੋ ਰਿਹਾ ਹੈ, ਪਾਣੀ ਜਿਹੜਾ ਆ ਉਹ ਘਟਦਾ ਜਾ ਰਿਹਾ। ਸੋ ਇੱਥੇ ਵੀ ਦੱਬਾਂਗੇ ਹੋਰ ਘਟ ਜਾਏਗਾ, ਇੱਥੇ ਦੱਬੇਗਾ ਹੋਰ ਘਟ ਜਾਏਗਾ। ਦੇਅਰਫੋਰ ਇਹ ਤੋਂ ਪੁੱਛ ਕੀ ਰਿਹਾ ਕਿ ਪਾਣੀ ਇਹਦੇ ਵਿੱਚੋਂ ਕਿੰਨਾ ਪਾਸ ਹੋਏਗਾ, ਕਿੰਨੇ ਪਾਣੀ ਦੀ ਸਪੀਡ ਹੋਏਗੀ, ਕਿੰਨਾ ਪਾਣੀ ਪਾਸ ਹੋਏਗਾ। ਸੋ ਪਾਣੀ ਕੀ ਸੇਮ ਕਰੰਟ ਤੇ ਰੁਕਾਵਟ ਸਾਰੀਆਂ ਕੀ ਹੈ, ਜੋ ਆਪਾਂ ਪ੍ਰੈਸ ਕਰਦੇ ਪਏ ਸਭ ਕੀ ਹੈ, ਰੈਸਿਸਟਰਸ। ਕਿਉਂਕਿ ਰੈਸਿਸਟਰਸ ਕਿਸ ਨੂੰ ਰੋਕਦੇ ਆ, ਕਰੰਟ ਨੂੰ ਰੋਕਦੇ ਆ ਨਾ। ਜਿਸ ਦੀ ਰੈਸਿਸਟੈਂਸ ਜ਼ਿਆਦਾ ਉਸਦਾ ਕਰੰਟ ਘੱਟ। ਦੇਅਰਫੋਰ ਪਾਣੀ ਨੂੰ ਰੋਕਣ ਵਾਲਾ ਕੌਣ ਹੈ, ਇਹ ਜੋ ਅਸੀਂ ਆਬਸਟਰਕਸ਼ਨਸ ਦੇ ਰਹੇ ਹਾਂ। ਸੋ ਦੇਅਰਫੋਰ ਸਾਰੀਆਂ ਆਬਸਟਰਕਸ਼ਨਸ ਐਡ ਕਰ ਲਓ, ਕਿੰਨਾ ਕੁ ਪਾਣੀ ਜਾ ਰਿਹਾ ਚੋ ਫਾਈਂਡ ਕਰਨਾ ਸੀ। ਇੱਥੇ ਵੀ ਪ੍ਰੈਸ ਹੈ, ਇੱਥੇ ਵੀ ਪ੍ਰੈਸ ਹੈ, ਇੱਥੇ ਵੀ ਪ੍ਰੈਸ ਹੈ। ਟੋਟਲ ਪ੍ਰੈਸਿੰਗ ਕਿੰਨੀ ਹੋ ਰਹੀ ਹੈ, ਉਹ ਸਭ ਆ ਗਈ। ਜਿੰਨੀ ਪ੍ਰੈਸਿੰਗ ਹੋਈ ਹੈ ਉਹ ਸਭ ਨੇ ਸਾਰੀ ਰੁਕਾਵਟ ਦੇਤੀ ਸਾਨੂੰ। ਇਸ ਲਈ ਇੰਨੀ ਰੁਕਾਵਟ, ਇਸ ਲਈ ਇੰਨੀ ਰੁਕਾਵਟ, ਇੱਥੇ ਰੁਕਾਵਟ ਹੋਰ, ਇੱਥੇ ਰੁਕਾਵਟ ਹੋਰ, ਇੱਥੇ ਰੁਕਾਵਟ ਹੋਰ। ਸੋ ਸਾਰੀ ਰੁਕਾਵਟ ਐਡ ਆਨ ਕਰਕੇ ਸਾਡੇ ਕੋਲ ਇੱਕ ਰੁਕਾਵਟ ਆ ਗਈ, ਇੱਕ ਅਬਸਟਰਕਸ਼ਨ ਆ ਗਈ, ਇੱਕ ਰੈਸਿਸਟੈਂਸ ਆ ਗਈ। ਕਰੰਟ ਵਿੱਚ ਉਹਦੀ ਆ ਰਿਹਾ। ਸੋ ਕਰੰਟ ਨੂੰ ਆਪਾਂ ਫਿਰ ਹੀ ਫਾਈਂਡ ਕਰਾਂਗੇ, ਕਿਉਂਕਿ ਹਰ ਅਬਸਟਰਕਸ਼ਨ ਵੱਖਰਾ ਵੱਖਰਾ ਕਰੰਟ ਦਿੰਦੀ ਹੈ ਔਰ ਸੀਰੀਜ਼ ਦੇ ਵਿੱਚ ਸਾਰੀ ਅਬਸਟਰਕਸ਼ਨ ਇਕੱਠੀ ਹੁੰਦੀ ਹੈ। देयरफॉर सारी पहले रुकावट इकट्ठी करनी पैनी है, ओवरऑल सीरीज का रेजिस्टेंस फाइंड करनी पैनी, फिर उसके अकॉर्डिंगली आप करंट को फाइंड करना। सो क्वेश्चन ਦੇ ਵਿੱਚ देख लिया कि ध्यान ਨਾਲ समझ लिया, गलती कित्थों हो सकती मैं दस भी देता कि वोल्टेज बेटा ਇਹੋ ਲੈ ਲੈਣਗੇ ਬੱਚੇ और करंट रेजिस्टेंस कोई एक ਜਿਹਦੇ ਵਿੱਚੋਂ ਪੁੱਛਿਆ ਹੋਊਗਾ ਉਹ ਲੈ ਲੈਣਗੇ ਬੱਚੇ और फाइंड ਕਰਨਗੇ करंट। ਇਦਾਂ ਹਮੇਸ਼ਾ ਗਲਤੀ ਹੁੰਦੀ ਹੈ ਸੀਰੀਜ਼ ਵਾਲੇ ਕੇਸ ਦੇ ਵਿੱਚ। ਸਾਨੂੰ ਸਾਰੀ ਦੀ ਸਾਰੀ रेजिस्टेंस ਇਕੱਠੀ ਕਰਨੀ ਪੈਣੀ, ਪਹਿਲਾਂ ਕਿੰਨੀ ਹੋ ਰਹੀ ਹੈ और सारी रेजिस्टेंस मिलकर रुकावट कितनी दे रही है, वो सारा आर है साडे कोल, ਉਹ आर ਜਿਹੜਾ ਹੈ ਉਹ करंट ਨੂੰ ਕਿੰਨਾ ਰੋਕਦਾ ਪਿਆ, ਫਿਰ ਅਸੀਂ ਉਹ फाइंड कर ਲਾਂਗੇ। ठीक है, देयरफॉर आर इक्विवेलेंट यूज कर लिया, करंट अपने को आ गया 1.5 एम्पीयर, आर इक्विवेलेंट भी आ गया और करंट भी आ गया। सो दिस टाइप्स ऑफ क्वेश्चंस आर शुड बी आस्क्ड इन योर सीबीएसई और पंजाब स्कूल शिक्षा बोर्ड एजुकेशन एग्जाम्स। ओके, नेक्स्ट है बेटा साडे कोल न्यूमेरिकल्स फॉर पैरेलल अरेंजमेंट्स। पैरेलल अरेंजमेंट विच आप अपने को क्वेश्चंस ले लेने हैं, फिर इस तरीके नाल वैल्यूज लवांगे। 2 ले लिया अपने को, एक 4, एक होर रजिस्टर, उसमें ਅਸੀਂ ਲੈ ਲਈਏ 16 ਲੈ ਲੈਣੇ। ਇਹ ਸਾਰੇ ਅਰੇਂਜ ਕਿਸ ਦੇ ਕ੍ਰਾਸ ਕੀਤੇ ਹੋਏ ਆ, ਇੱਕ ਬੈਟਰੀ ਦੇ। ਕਰੰਟ ਜਾ ਰਿਹਾ ਹੈ, ਥੋੜਾ ਕਰੰਟ ਇਸ ਤੋਂ, ਥੋੜਾ ਕਰੰਟ ਇਸ ਤੋਂ, ਥੋੜਾ ਕਰੰਟ ਇਸ ਤੋਂ। ਇਹ ਇੱਕ ਚੀਜ਼ ਹੋਰ ਫਾਈਂਡ ਕਰਨ ਵਾਸਤੇ ਕਹਿ ਸਕਦੇ ਹੋ, ਉਹ ਕਹਿ ਦੇਣਗੇ ਜੀ ਕਿ ਇਸ ਦੇ ਵਿੱਚੋਂ ਦੀ ਫਾਈਂਡ ਕਰਕੇ ਦੱਸੋ ਵੋਲਟੇਜ ਕੀ ਹੈ, ਕਿਉਂਕਿ ਸਾਨੂੰ ਤਾਂ ਕੈਮੀਕਲ ਦਾ ਪਤਾ ਨਾ ਬੇਟਾ ਕਿ ਕਰੰਟ ਸੇਮ ਰਹਿ ਰਿਹਾ ਹੈ, बट वोल्टेज तो हर एक दे विच डिफरेंट डिफरेंट है। सो वोल्टेज अगर आप फाइंड करनी होगी सानू पहला की करना पैना सी, पहला सानू हर एक वाले केस विच की करना पिया, पहला इक्विवेलेंट रेजिस्टेंस कढ दी, फिर आप फाइंड कर रहे हर एक चो करंट कितना जा रहा है। ठीक है, तो जो उन्हें पूछा सानू कि इस रजिस्टर दे विचों वोल्टेज कितनी आ रही है, तो फिर की करांगे फाइंड, सानू देखना पैना कि इहदे विचों दी करंट कितना है। ध्यान याद रखनी चीज, दिमाग दे विच रखनी चीज बेटा। ਜਦੋਂ ਕਿਸੇ ਪਾਰਟਿਕੂਲਰ ਰੈਸਿਸਟਰ ਵਾਸਤੇ ਸਾਨੂੰ ਨੇ ਪੁੱਛਿਆ ਕਿ ਜੀ ਇਸ ਦੀ ਵੋਲਟੇਜ ਕਿੰਨੀ ਹੈ, ਤਾਂ ਉਸ ਨੂੰ ਫਾਈਂਡ ਬੇਟਾ ਅਸੀਂ ਤਾਂ ਹੀ ਕਰ ਸਕਾਂਗੇ ਨਾ ਕਿਉਂਕਿ ਉਸ ਦੀ ਪਾਰਟਿਕੂਲਰ ਦੀ ਰੈਸਿਸਟੈਂਸ ਸਾਨੂੰ ਪਤਾ ਕਿੰਨੀ ਹੈ, ਉਹਦੀ ਸਾਨੂੰ ਉਹ ਰੈਸਿਸਟੈਂਸ ਸਾਨੂੰ ਪਤਾ ਕਿੰਨੀ 8 ਓਮ ਹੈ, ਤੇ ਜੋ ਕਰੰਟ ਕਿੰਨਾ ਵੀ ਫਾਈਂਡ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੈਰਲਲ ਦੇ ਸੀਰੀਜ਼ ਦੇ ਵਿੱਚ ਹਰੇਕ ਰੈਸਿਸਟਰ ਦੇ ਅਕ੍ਰੋਸ ਵੋਲਟੇਜ ਕੀ ਹੁੰਦੀ ਹੈ, ਡਿਫਰੈਂਟ। ਤੇ ਜਿਸ ਦੇ ਜਿਹੜੀ ਚੀਜ਼ ਸੇਮ ਸੀ ਉਹ ਸੇਮ ਨੂੰ ਫਾਈਂਡ, ਸੇਮ ਮੀਨਸ ਕਰੰਟ ਸੀ, ਉਹਦੇ ਵਾਸਤੇ ਆਪਾਂ ਆਰ ਇਕੁਇਵਲੈਂਟ ਫਾਈਂਡ ਕਰ ਲਿਆ, ਟੋਟਲ ਦੇਖ ਲਿਆ ਹਰੇਕ ਦੇ ਵਿੱਚੋਂ ਕਰੰਟ ਕਿੰਨਾ ਕਿੰਨਾ ਜਾ ਰਿਹਾ ਹੈ। ਸੋ ਕਰੰਟ ਸਾਡੇ ਕੋਲ ਆ ਗਿਆ ਔਰ ਜੇ ਉਹਨੇ ਪੁੱਛਿਆ ਹੋਵੇ ਕਿ 8 ਓਮ ਦੇ ਵਿੱਚੋਂ ਵੋਲਟੇਜ ਕਿੰਨੀ ਹੈ ਤਾਂ ਉਹ ਕੀ ਕਿੱਦਾਂ ਫਾਈਂਡ ਕਰਾਂਗੇ, ਦੇਖਾਂਗੇ ਕਿ V = IR ਲਗਾਉਣਾ ਹੈ। V ਕਿਹਦੇ ਵਿੱਚੋਂ ਫਾਈਂਡ ਕਰਨ ਨੂੰ ਕਿਹਾ, 8 ਓਮ ਚੋਂ, ਤਾਂ ਉਹਦੇ ਵਾਸਤੇ ਕੀ ਕਰਨਾ ਪੈਣਾ ਕਿ 8 ਓਮ ਦਾ ਰੈਜ਼ਿਸਟੈਂਸ ਕਿੰਨਾ, 8 ओम का करंट कितना है। सो करंट का सेम रहेगा, करंट कितना है 1.5, रेजिस्टेंस कितनी है 8, सो आंसर कितना आ जाएगा बेटा 12 वोल्ट। सो ये जो 8 ओम है ਇਹਦੇ ਵਿੱਚੋਂ 12 वोल्ट पास हो रहा है, 12 वोल्ट वोल्टेज यूज कर रहे हैं। देयरफॉर ਜਦੋਂ ये जो 48 वोल्ट सी थोड़ी वोल्टेज ये यूज कर रहा है, थोड़ी ये करता होगा, थोड़ी ये और जो सारी वोल्टेज ऐड ऑन करांगे तो 48 ही होगी, जिसका मतलब 48 वोल्ट थोड़ी थोड़ी सारे ਵਿੱਚ ਵੰਡੀ ਗਈ। ਤੇ ਜਦੋਂ ਵੋਲਟੇਜ ਹਰ ਇੱਕ ਦੇ ਅਕ੍ਰੋਸ ਹਰ ਇੱਕ ਰੈਸਿਸਟਰ ਦੇ ਅਕ੍ਰੋਸ ਘੱਟ ਹੁੰਦੀ ਜਾਵੇ ਤਾਂ ਵੋਲਟੇਜ ਜਿਹੜੀ ਹੈ ਉਹੀ ਉਹਦੇ ਵਿੱਚ ਘਰ ਕੀ ਪ੍ਰੋਵਾਈਡ ਕਰਦੀ ਹੈ, ਉਹ ਕਿੰਨਾ ਕਿੰਨਾ ਵਰਕ ਕਰੇਗਾ, ਕਿੰਨੀ ਕਿੰਨੀ ਵੈਲਿਊ ਉਹਦੇ ਵਿੱਚ ਜਾਏਗੀ, ਇਹ ਚੀਜ਼ ਸਾਨੂੰ ਦੱਸੇਗੀ ਨਾ ਕਿਉਂਕਿ ਕਰੰਟ ਦਾ ਕੀ ਰਹਿ ਰਿਹਾ ਹੈ सेम। सो हर एक दी रेजिस्टेंस के अक्रॉस जिन्नी रेजिस्टेंस की वैल्यू होगी ਉਹਦੇ ਅਕੋਰਡਿੰਗਲੀ ਉਹਦੇ ਵਿੱਚ ਦੀ ਵੋਲਟੇਜ ਹੁੰਦੀ ਹੋਈ ਹੈ। ਠੀਕ ਹੈ, ਗੱਲ ਸਮਝ ਲੱਗੀ। ਸੋ ਆਪਣੇ ਕੋਲ ਇਸ ਕੇਸ ਦੇ ਵਿੱਚ ਆਪਾਂ ਕਿੱਦਾਂ ਫਾਈਂਡ ਕਰਨਾ, ਮੈਂ ਫਿਰ ਦੁਬਾਰਾ ਤੋਂ ਰੀਕੈਪ ਕਰਨ ਲੱਗਾ ਕਿ ਜਦੋਂ ਕਦੀ ਵੀ ਸਾਡੇ ਕੋਲ ਆਇਆ ਹੋਵੇ ਕਿ ਸੀਰੀਜ਼ ਕਨੈਕਸ਼ਨਸ ਨੇ, ਸੀਰੀਜ਼ ਅਰੇਂਜਮੈਂਟ ਹੈ, ਉਸ ਦੇ ਵਿੱਚ ਬੇਟਾ ਜੀ ਸਾਨੂੰ ਇੰਨੀ ਗੱਲ ਕਹਿ ਦੇਣ
ਕਿ ਸੀਰੀਜ਼ ਅਰੇਂਜਮੈਂਟ ਵਾਲੇ ਕੇਸ ਦੇ ਵਿੱਚ ਕਰੰਟ ਫਾਈਂਡ ਕਰੋ ਥਰੂ ਐਨੀ ਆਫ ਦਾ ਰੈਸਿਸਟਰ। ਠੀਕ ਹੈ, ਜਿਵੇਂ ਇਹਦੇ ਵਿੱਚ ਬਹੁਤ ਸਾਰੇ ਰੈਸਿਸਟਰ ਸੀ, ਸੋ ਜਦੋਂ ਕਦੀ ਵੀ ਅਸੀਂ ਕਰੰਟ ਫਾਈਂਡ ਕਰਨਾ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪੈਣਾ, ਇਹ ਪ੍ਰੈਸਿੰਗ ਵਾਲਾ ਐਗਜ਼ਾਮਪਲ ਹਮੇਸ਼ਾ ਯਾਦ ਰੱਖਣਾ। ਸਾਰੀ ਰੈਸਿਸਟੈਂਸਿਸ ਜਿਹੜੀਆਂ ਨੇ ਉਹ ਸਾਰੀਆਂ ਕਰਨੀਆਂ ਪੈਣੀਆਂ ਐਡ। ਰੈਸਿਸਟੈਂਸ ਸਾਡੇ ਕੋਲ ਆ ਗਈਆਂ, ਵੋਲਟੇਜ ਸਾਡੇ ਕੋਲ ਹੈ ਤਾਂ ਕਰੰਟ ਆ ਗਿਆ, ਸੋ ਕਰੰਟ through all of these resistors will be same। ਕਰੰਟ ਸੇਮ ਹੈ ਸਾਰੇ ਰੈਸਿਸਟਰ ਦੇ ਵਿੱਚ, ਸੋ ਕਰੰਟ ਸਾਡੇ ਕੋਲ ਸੇਮ ਆ ਗਿਆ। ਵੋਲਟੇਜ ਸਾਡੇ ਕੋਲ ਹੈ ਓਵਰਆਲ ਇਹ ਵਾਲੀ, ਕਿਉਂਕਿ ਇਹ ਇੱਕ ਵੋਲਟੇਜ ਔਰ ਰੈਸਿਸਟਰ ਵੀ ਕਿੰਨਾ ਬਣ ਗਿਆ, ਇੱਕ ਰੈਸਿਸਟਰ ਬਣ ਗਿਆ, ਇੱਕ ਵੋਲਟੇਜ ਹੋਗੀ 48 ਵੋल्ट ਇਹ ਹੈ, ਸੋ ਰੈਸਿਸਟੈਂਸ ਸਿਰਫ ਇੱਕੋ ਹੀ ਰਹੇਗਾ 32। ਸੋ ਕਰੰਟ ਕਿੰਨਾ ਹੋਏਗਾ ਆਪ ਫਾਈਂਡ ਕਰ ਲੈਣਾ। I ਉਹ ਕਿੰਨਾ ਆਇਆ ਸੀ 1.5 एंपियर। ਸਮਝਿਆ, ਸੋ ਕਰੰਟ ਇਦਾਂ ਫਾਈਂਡ ਕਰਨਾ। ਔਰ ਫਿਰ ਉਹਨੇ ਕਿਹਾ ਹੋਵੇ ਸਾਨੂੰ ਕਿ ਕਿਸੇ ਇੱਕ ਰੈਸਿਸਟਰ ਦੇ ਵਿੱਚੋਂ ਦੀ ਵੋਲਟੇਜ ਫਾਈਂਡ ਕਰੋ, ਦੇਅਰਫੋਰ ਸਾਨੂੰ ਹੀ ਨਹੀਂ ਗੱਲ ਦਾ ਪਤਾ ਕਿ ਪੈਰ ਸੀਰੀਜ਼ ਦੇ ਵਿੱਚ ਵੋਲਟੇਜ ਅਲੱਗ-ਅਲੱਗ ਰਹਿੰਦੀ ਹੈ, ਵੋਲਟੇਜ ਅਲੱਗ-ਅਲੱਗ ਹੈ, ਦੇਅਰਫੋਰ ਉਸ ਪਾਰਟਿਕੂਲਰ ਰੈਸਿਸਟਰ ਦੇ ਵਿੱਚੋਂ ਦੀ ਕਰੰਟ ਕਿੰਨਾ ਪਾਸ ਹੁੰਦਾ ਪਿਆ ਉਹ ਸਾਨੂੰ ਪਤਾ ਹੋਣਾ ਚਾਹੀਦਾ। ਵੋਲਟ ਰੈਸਿਸਟਰ ਸਾਨੂੰ ਗਿਵਨ ਹੋਊਗਾ, ਕਰੰਟ ਸਾਨੂੰ ਪਤਾ ਹੈ ਉਸ ਦੇ ਵਿੱਚੋਂ ਦੀ ਕਿੰਨਾ ਜਾ ਰਿਹਾ ਹੋਊਗੀ, ਉਹੀ ਸਾਰਿਆਂ ਵਿੱਚੋਂ ਸੇਮ ਜਾ ਰਿਹਾ ਸੀਰੀਜ਼ ਵਾਲੇ ਕੇਸ ਦੇ ਵਿੱਚ, ਸੋ ਵੋਲਟੇਜ ਆਪਾਂ ਫਾਈਂਡ ਕਰ ਲਾਂਗੇ ਉਸ ਪਾਰਟਿਕੂਲਰ ਰੈਸਿਸਟਰ ਦੇ ਵਿੱਚੋਂ ਦੀ ਕਿੰਨੀ ਪਾਸ ਹੋ ਰਹੀ ਹੈ। ਸਮਝ ਲੱਗੀ ਗੱਲ। ਪੈਰਲਲ ਕੇਸ ਵਿੱਚ ਆਓ, ਇਸ पैरेलल वाले केस ਦੇ ਵਿੱਚ ਸੇਮ ਉਸੇ ਤਰੀਕੇ ਨਾਲ ਕਰੰਟ ਹੈ ਸਾਡੇ ਕੋਲ, ਬੈਟਰੀ ਹੈ 48 ਵੋल्ट, ਟੋਟਲ ਬੈਟਰੀ ਹੈ। ਠੀਕ ਹੈ, ਫਾਈਂਡ ਕਰਨ ਨੂੰ ਸਾਨੂੰ ਇਹਦੇ ਵਿੱਚ ਕੀ ਕਹਿ ਸਕਦਾ ਉਹ ਸਾਨੂੰ ਬੇਟਾ ਕਹੇਗਾ ਇਹ ਫਾਈਂਡ ਕਰੋ, ਮੀਨਸ 2 ओम ਦੇ ਵਿੱਚੋਂ ਫਾਈਂਡ ਕਰੋ ਵੋਲਟੇਜ ਕਿੰਨੀ ਹੈ। ਨੈਕਸਟ ਸਾਨੂੰ ਕੀ ਕਹਿ ਸਕਦਾ ਉਹ 16 ਚ ਵੋਲਟੇਜ ਕਿੰਨੀ ਹੈ। करंट कह सकता 16 इंच कितना है, करंट कह सकता है बैटरी च कितना है, जो बैटरी पास आउट करा रही मींस ए वाला। होर सानू की कह सकता, और इस तो इलावा सानू कह सकता है कि टोटल करंट जो है साडा 2 ओम चो फाइंड करो कितना है। ठीक है, सो ये सब चीजें ਅਸੀਂ फाइंड करनी और सब तो पहले स्टार्टिंग ते आरपी कितना है, टोटल इक्विवेलेंट रेजिस्टेंस कितना है। ठीक है, ये सब चीज आप इसके ਵਿੱਚ फाइंड करनी है। और उसको फाइंड करने का तरीका फिर की है बेटा, ਜਿਹੜੀ ਚੀਜ਼ ਸੇਮ ਹੈ ਇਸ ਦੇ ਵਿੱਚ ਕਿਹੜੀ ਹੈ ਵੋਲਟੇਜ, देयरफॉर ਇਸ ਦੇ ਵਿੱਚ ਵੋਲਟੇਜ, ਇਸ ਦੇ ਵਿੱਚ ਵੋਲਟੇਜ ਕਿੰਨੀ ਹੋਏਗੀ, ਪੈਰਲਲ ਚ ਵੋਲਟੇਜ ਸੇਮ ਰਹਿੰਦੀ ਹੈ, ਸੋ 48 वोल्ट। ਇਹ ਤੇ ਕਲੀਅਰ ਹੋ ਗਈ ਗੱਲ। ठीक है, ਨਾਲ ਆਪਾਂ ਰੀਜ਼ਨ ਦੇਖ ਦਾਂਗੇ। ਇਨ ਪੈਰਲਲ the voltage remains same, therefore voltage in 2 ohm and voltage in 16 ohm is 48 volt। And now we will have to find the equivalent resistance. For equivalent resistance we know that 1 by Rp equals to 1 by 2 plus 1 by 4 plus 1 by 16, all of the resistance we will have to connect them in reciprocal condition and we will have to add them। ठीक है, therefore the equivalent resistance will be 16। voltage कितनी आ गई जी 16। ਕਿਤੇ ਕਿਤੇ ਬੇਟਾ ਸਭ ਲੈਂਗੁਏਜਸ ਨੂੰ ਇਕੱਠਾ ਕਰਨਾ ਪੈ ਰਿਹਾ ਉਹ ਇਸ ਕਰਕੇ ਕਿਉਂਕਿ ਬਹੁਤ ਸਾਰੇ ਸਾਡੇ ਕੋਲ ਜਿਹੜੇ ਵਿਊਅਰਸ ਨੇ ਉਹਨਾਂ ਦੇ ਜੋ ਕਮੈਂਟਸ ਸਾਨੂੰ ਮਿਲਦੇ ਪਏ ਨੇ ਉਹ ਇਹ ਸੀਗੇ ਕਿ ਸਰ ਹਰ ਇੱਕ ਲੈਂਗੁਏਜ ਨੂੰ ਹਲਕਾ ਜਿਹਾ ਵਿੱਚ ਯੂਜ਼ ਕਰੋ, ਤਾਂ ਉਹ ਇਸ ਕਰਕੇ ਕਿਉਂਕਿ ਸਾਰੇ ਹੀ ਯੂਜ਼ਰਸ ਨੂੰ ਇਸ ਚੀਜ਼ ਦਾ ਫਾਇਦਾ ਮਿਲ ਸਕੇ। देयरफॉर ਬੇਟਾ ਆਪਾਂ ਆਪਣੀ ਪੰਜਾਬੀ ਲੈਂਗੁਏਜ ਨੂੰ ਤਾਂ ਬੋਲਾਂਗੇ ਹੀ ਬੋਲਾਂਗੇ। ਠੀਕ ਹੈ ਬੇਟਾ, ਮਾਤਰ ਭਾਸ਼ਾ ਦੇ ਨਹੀਂ ਛੱਡਦੇ, ਬਟ ਬੇਟਾ ਸਾਨੂੰ ਬਾਕੀ ਸਭ ਚੀਜ਼ਾਂ ਵੀ ਨਾਲ ਲੈ ਕੇ ਚੱਲਣੀਆਂ ਪੈਣੀਆਂ। सो मेरे पूरे देशवासी हो आप इकट्ठे सब चलांगे। ठीक है जी, सो 1 by 2, सो साडे कोल ਇਹਦੇ ਵਿੱਚ ਰੈਸਿਸਟੈਂਸ ਕੀ ਆ ਗਈ ਬੇਟਾ ਜੀ 8, ਇਹਦੇ ਵਿੱਚੋਂ ਕੱਢਿਆ ਵੈਲਿਊ ਇੱਥੇ ਕਿੰਨਾ ਆ ਗਿਆ 4, ਇੱਥੇ ਕਿੰਨਾ ਆ ਗਿਆ 1, ਸੋ ਕਿੰਨਾ ਹੋ ਗਿਆ 13 by 16 ohm equals to 1 by Rp। ਇੱਥੇ ਬੱਚੇ ਬਹੁਤ ਗਲਤੀ ਕਰਦੇ, ਬੱਚੇ ਇਸੇ ਚੀਜ਼ ਨੂੰ ਇਕੁਇਵਲੈਂਟ ਰੈਸਿਸਟੈਂਸ ਮੀਨਸ ਜਦ ਪੂਰੀ Rp ਕਾਊਂਟ ਕਰ ਲੈਂਦੇ, ਨਹੀਂ ਇੱਥੇ ਗਲਤੀ ਨੂੰ ਬੇਟਾ ਆਪਾਂ ਦੂਰ ਕਰਨਾ। ਉਹ ਕੀ ਕਿ Rp ਕਿੰਨਾ ਹੋਏਗਾ, ਇਹ ਸਭ ਚੀਜ਼ਾਂ ਬਾਅਦ ਕੀ ਕਰਨੀ ਪੈਣੀ ਆਪਾਂ ਨੂੰ ਰੈਸਿਪਰੋਕਲ ਲੈਣਾ ਪੈਣਾ ਇੱਥੇ, ਕਿਉਂਕਿ Rp ਫਾਈਂਡ ਕਰਨਾ ਜਿਵੇਂ ਆਪਾਂ ਇਹਦੇ ਵਿੱਚ Rs ਫਾਈਂਡ ਕੀਤਾ ਸੀ ਉਸੇ ਤਰੀਕੇ ਨਾਲ Rp ਫਾਈਂਡ ਕਰਨਾ ਪੈਣਾ। ਉਹ ਕੀ ਆ ਗਿਆ 16 by 13, देयरफॉर Rp ਵੀ ਹੈ, V ਹੈ ਸਾਡੇ ਕੋਲ, IR V ਹੈ ਸਾਡੇ ਕੋਲ 48। ਸਮ ਕੀ ਬਣ ਗਿਆ ਸਾਡੇ ਕੋਲ ਪੂਰਾ, ਇੱਕ ਰੈਸਿਸਟਰ ਬਣ ਗਿਆ ਔਰ ਨਾਲ ਇੱਕ बैटरी है 48 वोल्ट दी 48 वोल्ट और रेजिस्टेंस ਸਾਡੇ ਕੋਲ ਆ ਗਿਆ ਬੇਟਾ 16 by 13 ओम। ਇਹ ਜੋ ਕਰੰਟ ਆ ਰਿਹਾ ਸੀ ਉਹ ਫਾਈਂਡ ਕਰਨਾ ਇਹਦੇ ਵਿੱਚ ਕਿੰਨਾ ਆ। ਠੀਕ ਹੈ, ਸੋ ਸਾਨੂੰ ਕਿਹਾ ਨਾ ਬੈਟਰੀ ਕਰੰਟ ਕਿੰਨਾ ਪੈਦਾ ਕਰਦੀ ਹੈ ਉਹ ਫਾਈਂਡ ਕਰਨਾ। ਸੋ ਕਿੰਨਾ ਆ ਗਿਆ ਬੇਟਾ ਜੀ ਜੋ ਇੱਥੋਂ ਵਾਲਾ ਕਰੰਟ ਸੀ ਜੋ ਬੈਟਰੀ ਲੈ ਕੇ ਜਾ ਰਹੀ ਹੈ, ਸਭ ਰੈਸਿਸਟਰ ਇੱਕ ਕਰ ਲਿਓ ਕਿੰਨਾ ਆ ਗਿਆ 16 by 13 ਹੋ ਗਈ ਸੀ Rp।
ਸੋ ਇੱਥੇ ਕੀ ਹੈ ਓਵਰਆਲ ਕਰੰਟ ਫਾਈਂਡ ਕਰਨਾ ਸੋ ਆਪਾਂ ਕੀ ਕਰ ਲਿਆ ਇੱਥੇ ਆਰਪੀ ਸੋ ਬੈਟਰੀ ਦਾ ਕਰੰਟ ਜਦੋਂ ਕਦੀ ਵੀ ਬੇਟਾ ਆਉਣਾ ਹੋਵੇ ਉਹਦੇ ਲਈ ਕੀ ਕਰਨਾ ਜ਼ਰੂਰੀ ਹੈ ਇਕੁਇਵਲੈਂਟ ਰੈਸਿਸਟੈਂਸ ਕੱਢਣੀ ਜ਼ਰੂਰੀ ਇੱਥੇ ਵੀ ਉਹੀ ਸੇਮ ਚੀਜ਼ ਸੀ ਇਹਦਾ ਕਰੰਟ ਜੋ ਸੀ ਫਾਈਂਡ ਕਰਨਾ ਸੀ ਉਹੀ ਕਰੰਟ ਸਭ ਤੋਂ ਜ਼ਿਆਦਾ ਸੀ ਕਿਉਂਕਿ ਸੀ ਚ ਸੇਮ ਹੁੰਦਾ ਸੋ ਉਹਦੇ ਵਾਸਤੇ ਕਰਨਾ ਪਿਆ ਆਰ ਇਕੁਇਵਲੈਂਟ ਕੱਢਣਾ ਪਿਆ ਸਾਨੂੰ ਇੱਥੇ ਵੀ ਜੋ ਏਸ ਨੇ ਪੈਦਾ ਕਰਨਾ ਉਹ ਕੱਢਣ ਵਾਸਤੇ ਸਾਨੂੰ ਆਰਪੀ ਫਾਈਂਡ ਕਰਨਾ ਪੈਣਾ ਉਹ ਅੱਗੋਂ ਜਾ ਕੇ ਹਰੇਕ ਦੇ ਵਿੱਚ ਲੱਗਣਗੇ ਹੋ ਜਾਏਗਾ ਅੱਗੋਂ ਦੇਖੂਗੇ ਆਪਾਂ ਕੀ ਕਰਨਾ ਸੋ ਆਰ ਪ੍ਰੋਪਰ ਕਰੰਟ ਇਕ ਥਰੂ ਜੋ ਪਾਸ ਕਰ ਰਿਹਾ ਸਾਨੂੰ ਜੋ ਬੈਟਰੀ ਵਿੱਚੋਂ ਪਾਸ ਹੋ ਰਿਹਾ ਜਾਂ ਫਿਰ ਜੋ ਬੈਟਰੀ ਪੈਦਾ ਕਰਦੀ ਪਈ ਹੈ ਕਰੰਟ ਉਹ ਅਸੀਂ ਫਾਈਂਡ ਕਰਨਾ ਉਹ ਕੀ ਹੋਏਗਾ ਉਹ ਸਾਡੇ ਕੋਲ ਪ੍ਰੋਪਰ ਆਣਾ ਉਹ ਕੀ ਆਏਗਾ ਸਾਡੇ ਕੋਲ ਕਰੰਟ ਫਾਈਂਡ ਕਰਨਾ ਵੋਲਟੇਜ ਹੈ ਸਾਡੇ ਕੋਲ 48 करंट फाइंड करना आरपी आज नीचे आरपी कितना है साडे कोल 16 डिवाइड बाय 13 चला गया ऊपर 1 ते गया ए किने ते गया 3 ते सो करंट टोटल कितना हो गया 39 एंपियर देयरफॉर दिस करंट इज इक्वल्स टू 39 एंपियर एंड दिस करंट इज सब डिवाइडेड इनटू all these three resistors and then all combining together to form 39 ampere again which is produced by this battery ओके सो इस हुण कल्ले कल्ले रसिस्टर जो अगर फाइंड करना तो ਉਹਦੇ ਵਾਸਤੇ ਕੀ ਚਾਹੀਦਾ ਸਾਨੂੰ ਉਸ ਰਸਿਸਟਰ ਦੀ ਰੈਜ਼ਿਸਟੈਂਸ ਵੈਲਿਊ ਤੇ ਉਸ ਦੀ ਵੋਲਟੇਜ ਇੱਥੇ ਵੀ ਚੀਜ਼ ਯਾਦ ਰੱਖੋ ਇਸ ਕੱਲੇ ਕੱਲੇ ਦੇ ਵਿੱਚੋਂ ਅਗਰ ਚੀਜ਼ ਫਾਈਂਡ ਕਰਨੀ ਹੋਵੇ ਇੱਥੇ ਕੀ ਫਾਈਂਡ ਕਰਨਾ ਜੋ ਕਰੰਟ ਸੇਮ ਸੀ ਇੱਥੇ ਕੀ ਫਾਈਂਡ ਕਰਨਾ ਸੀ ਵੋਲਟੇਜ ਸੋ ਉਸ ਪਾਰਟਿਕੂਲਰ ਰੈਜ਼ਿਸਟੈਂਸ ਦੇ ਵਿੱਚ ਕਰੰਟ ਕਿੰਨਾ ਹੈ ਤੇ ਉਸ ਦੀ ਰੈਜ਼ਿਸਟੈਂਸ ਕਿੰਨੀ ਹੈ ਸਾਨੂੰ ਪਤਾ ਹੋਣੀ ਚਾਹੀਦੀ ਸੀ ਜਦੋਂ ਆਪਾਂ b ਦੇ ਵਿੱਚ ਵੈਲਿਊ ਫਿਲ ਕਰਦੇ ਸੀ ਤਾਂ ਆਨਸਰ ਸਾਡੇ ਕੋਲ ਆ ਜਾਂਦਾ ਸੀ ਇੱਥੇ ਵੀ ਸਾਨੂੰ ਉਹਨੇ ਕਿਹਾ ਕਿ ਪਾਰਟਿਕੂਲਰ ਇਹਨਾਂ ਦੇ ਵਿੱਚੋਂ ਦੀ ਕਿੰਨੀ करंट जा रहे हो फाइंड करो क्योंकि इतने तो वोल्टेज सेम है इतने करंट ही कह सकता पूछने वास्ते हो सो इन्हां दे विचों करंट कितना है उसी फाइंड करना तो उस दे वास्ते की करना पैना इन्हां दे इंडिविजुअल रेजिस्टेंस दे विच करंट या वोल्टेज कितनी ਸਾਨੂੰ पता होनी चाहिए सो इस दे विच ਸਾਨੂੰ पता पैरेलल दे विच वोल्टेज सेम है सो इहदे को भी 48 वोल्ट है इस को भी 48 वोल्ट है इस को भी 48 वोल्ट है रेजिस्टेंस ਸਾਡੇ ਕੋਲ ਇਹ है करंट फाइंड करना कि इथों कितना आ रहा है इथों कितना आ रहा है इथों कितना आ रहा है इसमें 1 2 ਤੇ 3 ਲਿਖ ਲੈਣਾ ਵਾ और इन्हों अगे आप करते हैं सॉल्व सो सारे रेजिस्टेंस आप इकट्ठे टुगेदर लिख ले थे ठीक है 2 3 4 जिन्ने रेजिस्टेंस सब आप इकट्ठे लिख लिए तो फाइंड करना पहले विचों फाइंड कर लिए पहले करंट क्योंकि सानू फाइंड करना की क्या होने कि करंट थ्रू 16 ओम रेजिस्टेंस 16 ओम दे विचों करंट फाइंड करना आ तीन चीज़ां फाइंड हो चुकी हैं इचों फाइंड करना सी तीन हो गई है सो करंट थ्रू 16 ओम इस दे विचों फाइंड करना करंट सो की होगा V इक्वल्स टू I आ V है 48 I फाइंड करना R नीचे चला गया R ਇਹਦਾ ਕਿੰਨੇ ਤੇ ਗਿਆ 3 ਤੇ सो 3 एंपियर की आ गया करंट किदे विचों दी इस विचों दी 3 एंपियर हो गया ਇਹ ਚੋਂ ਕਿੰਨਾ ਆਏਗਾ 48 बाय कितना है 4 ओम है तो कितना आ गया करंट 12 एंपियर सो विचों कितना आ गया 12 एंपियर इस दे विचों कितना होगा वोल्टेज है 48 करंट है R है 2 सो कितना आ गया 24 एंपियर ਤੇ ਜਦੋਂ ਬੇਟਾ ਅਸੀਂ ਸਭ ਨੂੰ ਕੰਬਾਈਨ ਕਰਾਂਗੇ 24 12 36 36 3 39 ਸੋ 39 ਮੀਨਸ ਪ੍ਰੋਪਰ ਜਿੰਨਾ ਕਰੰਟ ਪੈਦਾ ਕੀਤਾ ਸੀ ਬੈਟਰੀ ਨੇ ਉਹ ਹੀ ਸਭ ਦੇ ਵਿੱਚ ਡਿਵਾਈਡ ਹੋ ਗਿਆ ਤੇ ਸਭ ਫਿਰ ਟੁਗੇਦਰਲੀ ਕੰਬਾਈਨ ਹੋ ਕੇ ਸਾਡੇ ਕੋਲ ਬੈਟਰੀ ਦੇ ਵਿੱਚ ਵਾਪਸ ਪਹੁੰਚ ਗਿਆ ਇਹ ਸੀ ਸਾਡੇ ਕੋਲ ਸੀਰੀਜ਼ ਔਰ ਪੈਰਲਲ ਦੇ ਇੰਡੀਵਿਜੂਅਲ ਨਿਊਮੈਰੀਕਲਸ उम्मीद है ਤੁਹਾਨੂੰ ਪਸੰਦ ਆਇਆ ਹੋਊਗਾ ਇਸ ਨੂੰ ਬੇਟਾ ਤੁਸੀਂ ਸਕਰੀਨਸ਼ਾਟ ਲਓ ਔਰ ਇਸ ਤੋਂ ਬਾਅਦ ਆਪਾਂ ਸੀਰੀਜ਼ ਔਰ ਪੈਰਲਲ ਦੇ ਟੁਗੇਦਰਲੀ ਕਰਦੇ ਆਪਾਂ ਥੋੜੀ ਬਾਰਕਿੰਗ ਹੋ ਰਹੀ ਹੈ ਡੌਗ ਦੀ ਉਹਦੇ ਵੱਲ ਆਪਾਂ ਕੰਸੰਟਰੇਟ ਨਹੀਂ ਕਰਨਾ ਸਾਡਾ ਧਿਆਨ ਕਿੱਧਰ ਹੋਣਾ ਚਾਹੀਦਾ ਸਿਰਫ ਤੇ ਸਿਰਫ ਪੜ੍ਹਾਈ ਵੱਲ ਸੋ ਕੰਸੰਟਰੇਟ ਇੱਥੇ ਕਰੋ ਬੁਰੀਆਂ ਚੀਜ਼ਾਂ ਨੂੰ ਇਗਨੋਰ ਕਰੋ ਔਰ ਕੰਮ ਦੇ ਨਾਲ ਧਿਆਨ ਰੱਖੋ ਹੁਣ ਬੇਟਾ ਅਸੀਂ ਲਾਸਟ ਤੇ ਕਰਨ ਲੱਗੇ ਆ ਸੀਰੀਜ਼ ਔਰ ਪੈਰਲਲ ਦੇ ਜੋ ਨਿਊਮੈਰੀਕਲ ਸਭ ਕੰਬਾਈਨਡ ਅਗਰ ਆ ਜਾਣ ਤੇ ਕਿੱਦਾਂ ਹੋਣਗੇ ਜਾਂ ਫਿਰ ਜਿਵੇਂ ਦਾ ਸਿੰਪਲ ਜਿਹਾ ਕੋਈ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ ਉਹ ਸਭ ਚੀਜ਼ਾਂ ਟੁਗੇਦਰਲੀ ਇਕੱਠੀਆਂ ਕੀਤੀਆਂ ਹੁੰਦੀਆਂ ਉਹਦੇ ਵਿੱਚ ਉਹਦੇ ਲਈ ਆਪਾਂ ਕੁਐਸਚਨ ਲੈ ਕੇ ਚੱਲਦੇ ਆ ਹੋਰ ਵੀ ਬਹੁਤ ਸਾਰੇ ਕੁਐਸਚਨ ਹੋਣਗੇ ਤੁਸੀਂ ਖੁਦ ਟਰਾਈ ਕਰਨੇ ਹੈ ਜੋ ਚੀਜ਼ਾਂ ਤੁਹਾਨੂੰ ਕਰਨ ਵਿੱਚ ਪ੍ਰੋਬਲਮ ਆਵੇ ਉਹ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਅਸੀਂ ਜਿਵੇਂ ਨਾ ਜਿਵੇਂ ਇੱਕ ਕਲਾਸ ਤੁਹਾਡੀ ਨਾਲ ਲਗਾ ਕੇ ਉਹਨਾਂ ਕੁਐਸਚਨ ਜ਼ਰੂਰ ਡਿਸਕਸ ਕਰਾਂਗੇ ਜ਼ਰੂਰ ਸੋਲਵ ਕਰਾਂਗੇ ਬਿਕੋਜ਼ ਤੁਹਾਡੀ ਸੰਤੁਸ਼ਟੀ ਬੇਟਾ ਤੁਹਾਡੀ ਸੰਤੁਸ਼ਟੀ ਦੇ ਵਿੱਚ ਹੀ ਸਾਡੀ ਕਾਮਯਾਬੀ ਹੈ ਠੀਕ ਹੈ ਬੇਟਾ ਨੈਕਸਟ ਕੀ ਕਰ ਰਹੇ ਅਸੀਂ ਇਹ ਸਭ ਨੂੰ ਇਕੱਠਾ ਕਰ ਲਿਆ ਜਾਵੇ ਉਹ ਕੁਐਸਚਨ ਕੀ ਹੈ ਹੁਣ an electric lamp of 100 ohm toaster of resistance 50 ohm and a water filter of resistance 500 ohm are connected in parallel to a 220 volt source है कोई बैटरी है या फिर एक सोर्स है जितो वोल्टेज एज मींस सोर्स है कोई इस दे नाल कनेक्टेड है बेटा
वैसे बेटा आप इसको लिखना होवे 2220 वोल्ट एसी है एक तरह से, इसको आप इतना लिखीदा है। बट तुसी 10th क्लास च हो, इस करके थोड़े नाल एसी डीसी आप इलेक्ट्रिसिटी च डिस्कस नहीं करांगे, हल्का जाके डिस्कस करांगे मैग्नेटिक इफेक्ट्स वाले के चैप्टर दे विच। ठीक है, सो इतनी सिंपल तुसी ये चीज पढ़ लेना कि वोल्टेज कितनी है साडे को 220 वोल्ट। रेजिस्टर्स किहड़े-किहड़े कनेक्ट है साडे को, पहला रेजिस्टर एक कनेक्ट है, एक दूसरा है और एक तीसरा है। ये सारे साडे को कनेक्ट बेटा कितना ने, पहले वाला 500 ओम, दूसरा है पहले वाला है 100 ओम जो कि लैंप है, सेकंड है टोस्टर है 550 ओम, थर्ड वाला है वाटर फिल्टर 500 ओम। देखो जी कितनी बड़ी गल है बेटा, हर क्वेश्चन दे विच बहुत कुछ चीज़ां आपां नूं समझण नूं मिलदियां। की है वाटर फिल्टर है 500 ओम, मीनस ओदी रेजिस्टेंस कितनी ज्यादा है 500, तां करके वाटर फिल्टर जिहड़ा है वो पतले स्विचेस के उपर चलता है, जिहड़े आम तौर पर साडे घरां विच 5 एंपीयर के स्विचेस लगे हैं, क्योंकि करंट की होएगा घट। सेकंड है साडे कोल टोस्टर है 50 ओम, टोस्टर जिहड़ा सिर्फ 50 ओम है, ਇਹਦਾ मतलब ਇਹਦੇ ਮੁਕਾਬਲੇ ਕਰੰਟ ਕਿੱਚ ਵੱਧ ਹੋਏਗਾ, ਇਹਦੇ ਵਿੱਚ ਵੱਧ ਹੋਏਗਾ, ਸੋ ਇਹਦੀ ਇਹ ਚ ਕਰੰਟ ਜ਼ਿਆਦਾ ਹੋਏਗਾ। ਸੋ ਇਹ ਟੋਸਟਰ ਜਿਹੜੇ ਜ਼ਿਆਦਾ ਦੇਰ ਤੱਕ ਆਪਾਂ ਜੇ ਆਪਾਂ ਜ਼ਿਆਦਾ ਦੇਰ ਤੱਕ ਯੂਜ਼ ਕਰਨਾ ਹੋਵੇ ਟੋਸਟਰਸ ਨੂੰ, ਟੋਸਟਰ ਚ ਕਰੰਟ ਜਿਹੜਾ ਬਹੁਤ ਜ਼ਿਆਦਾ ਹੋਊਗਾ। ਸੋ ਮੋਟੇ ਸਵਿਚਸ ਇਹਦੇ ਵਾਸਤੇ ਪ੍ਰੈਫਰ ਕਰਨੇ ਚਾਹੀਦੇ, ਪਰ ਆਪਾਂ ਨਹੀਂ ਕਰਦੇ ਕਿਉਂਕਿ ਆਪਾਂ ਥੋੜੀ ਦੇਰ ਲਈ ਵਰਕਿੰਗ ਲੈਣੀ ਹੁੰਦੀ ਇਹਨਾਂ ਤੋਂ। ਠੀਕ ਹੈ, ਅਗਰ ਜ਼ਿਆਦਾ ਦੇਰ ਤੱਕ ਇਹਨਾਂ ਆਪਾਂ ਸਵਿਚਸ ਨੂੰ ਯੂਜ਼ ਇਹਨਾਂ ਆਪਾਂ ਡਿਵਾਈਸਿਸ ਨੂੰ ਯੂਜ਼ ਕਰਨਾ ਹੋਵੇ, ਸਾਨੂੰ ਸਵਿਚਸ ਦੀ ਵੈਲਿਊ ਵੀ ਹੋਣੀ ਚਾਹੀਦੀ, ਬੜੀ ਵਾਲੀ ਹੋਣੀ ਚਾਹੀਦੀ ਹੈ, ਸਵਿਚਸ ਮੋਟੇ ਹੋਣੇ ਚਾਹੀਦੇ, ਉਹਨਾਂ ਉੱਪਰ ਲਿਖਿਆ ਹੁੰਦਾ 15 ਜਾਂ 16 ਐਂਪੀਅਰ ਸਵਿਚਸ। ठीक है, नीचे हल्का लिखा हो, आप जो डेवलप देखते हैं ऊपर लिखा होता है। ठीक है, तो साडे कोल की है हुण पता लगा बेटा, एक क्वेश्चन होर बनता, तां करके क्वेश्चन की बनता कि क्यों असी एक टोस्टर और एक वाटर फिल्टर जाके टोस्टर या फिर जिहड़े अपने स्विचेस आम तौर ते बल्ब लगे हुंदे आ साडे घरां दे विच, फैन्स लगे हुंदे आ, इन्हां नूं बल्ब और एक टोस्टर नूं आपस विच आपां हमेशा ये कदी सीरीज विच क्यों नहीं लगाउंदे, क्यों, क्योंकि दोनों अलग-अलग करंट ते चलने चाहिए आ, बट सीरीज में की होंगे करंट सेम होंगे, यदा मतलब दोवें सही तरीके से चल नहीं पाएंगे, ये भी एक आंसर बनता। ठीक है ना, कि टोस्टर जो कि वैल्यू दी अलग टोस्टर चलेगा, क्यों, क्योंकि उस करंट की वैल्यू ज्यादा चाहिए है टोस्टर चलाने वास्ते। सो जेड़ा एक बल्ब है उस करंट की वैल्यू घट चाहिए, क्योंकि बल्ब 5 एंपीयर के स्विचेस से चल पैंदा ते टोस्टर जेड़ा है वो 15-16 एंपीयर स्विच से चलना चाहिए। देयरफॉर दोवां दी वैल्यू अलग-अलग है चलने वास्ते, दोवां च करंट की वैल्यू अलग-अलग आएगी, क्यों, क्योंकि दोवां दे रेजिस्टेंस अलग-अलग है। देयरफॉर ये कभी भी सीरीज नहीं लगते, जो अलग-अलग चलते, जिन्हें अपने को एसी हो गया, गीजर हो गया, वॉशिंग मशीन हो गया, प्रेसिस हो गई, ये ज्यादा देर तक अगर आप सब चीजों यूज करना हो, इन्हां दी मोटर बड़ी होंदी है। ठीक है, वॉशिंग मशीन हो गया, गीजर हो गया, ठीक है ना, एसी हो गया, ये सब चीजें कंप्रेसर बड़े है। सो इन्हां सब चीजों को चलाने वास्ते जो स्विचेस चाहिए वो की चाहिए 15 या 16 एंपीयर के बड़े वाले स्विचेस। छोटे लगावांगे वो अपने आप की कट ऑफ होता रहता है, जब स्विचेस सड़ जाते हैं। समझे बात, सो चीज़ों ध्यान च रखो, इलैक्ट्रिसिटी पढ़ते पे हो, हर एक कंसैप्ट नूं ध्यान दे विच रखना, क्योंकि तुहाडे घरां दे विच हर एक चीज़ वास्ते चीज़ां लगियां होईयां। एक मोटर चला रहे हो तुसीं, रोज डेली टैंकी भरदे हो ना, मोटर चलाउंदे होगे, तो उस वाले केस दे विच की हुंदा है कि जिहड़े उस तुहाडा जो मीटर होएगा, जो उसदा स्विच बोर्ड होएगा मोटर दा, ਉਹਦੇ ਉੱਪਰ ਇੱਕ ਐਮੀਟਰ ਲੱਗਾ ਹੋਊਗਾ ਜਿਹਦੇ ਸੈਂਟਰ 'ਚ ਲਿਖਿਆ ਹੋਊਗਾ 1 ਵੋਲਟ ਮੀਟਰ ਲੱਗਾ ਹੋਊਗਾ, ਇਹਦੇ ਵਿੱਚ ਲਿਖਿਆ ਹੋਊਗਾ V। ਸੋ ਐਮੀਟਰ A ਮੀਨਸ ਕਰੰਟ, ਐਮੀਟਰ ਦੇ ਵਿੱਚ ਉਹਦੇ ਨਾਲ ਕਰੰਟ ਕਿਵੇਂ ਲੱਗਦਾ ਸੀਰੀਜ਼ ਦੇ ਵਿੱਚ, ਪਿਛਲੇ ਲੈਕਚਰ ਵਿੱਚ ਆਪਾਂ ਡਿਸਕ੍ਰਾਈਬ ਕੀਤਾ ਹਮੇਸ਼ਾ। ਠੀਕ ਹੈ ਨਾ, ਕਰੰਟ ਹਮੇਸ਼ਾ ਜਿਹੜਾ ਪਾਸ ਹੋਏਗਾ ਉਹ ਐਮੀਟਰ ਰੀਡ ਕਰੇਗਾ ਐਂਪ ਮੀਟਰ, एम मतलब करंट ਦਾ ਯੂਨਿਟ, ਉਹ ਐਮੀਟਰ, ਉਹ ਕਿੱਦਾਂ ਲੱਗਦਾ ਹਮੇਸ਼ਾ ਸੀਰੀਜ਼ ਦੇ ਵਿੱਚ, ਐਮੀਟਰ ਲੱਗਦਾ ਹਮੇਸ਼ਾ ਸੀਰੀਜ਼ ਦੇ ਵਿੱਚ। ਸੋ ਉਹ ਕਿਸ ਨੂੰ ਮੇਜਰ ਕਰੇਗਾ, ਕਰੰਟ ਨੂੰ। ਸੋ ਇਹਦਾ ਮਤਲਬ ਵਾਇਰ ਨੂੰ ਕੱਟ ਕਰਕੇ ਵਿੱਚ ਐਮੀਟਰ ਲੱਗਾ ਹੋਇਆ। ਸੋ ਇਹਦਾ ਮਤਲਬ ਜੋ ਤੁਹਾਡੇ ਘਰ ਦੇ ਵਿੱਚ ਉਹ ਜਿਹੜਾ ਆਪਣੇ ਕੋਲ ਸਵਿਚ ਬੋਰਡ ਆ ਜਿਹਦੇ ਨਾਲ ਮੋਟਰ ਨੂੰ ਆਨ ਆਫ ਕਰਦੇ, ਜਿਹੜਾ ਐਮੀਟਰ ਲੱਗਾ ਹੋਊਗਾ, ਕਰੰਟ ਉਹਦੇ ਵਿੱਚੋਂ ਉਸ ਦੀ ਜਿਹੜੀ ਪਿੱਛੇ ਵਾਇਰਿੰਗ ਆ ਉਹਦੇ ਵਿੱਚੋਂ ਦੀ ਕਰੰਟ ਹੋ ਕੇ ਪਾਸ ਹੁੰਦਾ। ਸੋ ਐਮੀਟਰ ਦੇ ਵਿੱਚੋਂ ਦੀ ਕਰੰਟ ਹੋ ਕੇ ਪਾਸ ਹੋ ਰਿਹਾ ਤਾਂ ਉਹ ਤਾਂ ਵਰਕਿੰਗ ਦੇ ਰਿਹਾ, ਉਹ 'ਚ ਇੰਨਾ ਕਰੰਟ ਜਾ ਰਿਹਾ ਜੀ, ਉਹ ਤਾਂ ਮੀਟਰ ਰੀਡਿੰਗ ਦੇ ਰਿਹਾ। ਵੋਲਟਮੀਟਰ ਮੀਨਸ ਉਹ ਜੋ ਡਿਵਾਈਸ ਆ ਜਾਂ ਜਿਹੜੀ ਵਾਇਰ ਜਿਹੜੀ ਜਾ ਰਹੀ ਹੈ ਜੋ ਉਸ ਡਿਵਾਈਸ ਦੇ ਅਕ੍ਰੋਸ ਜਾਂਦੀ ਹੋਏਗੀ, ਦੋਨੋਂ ਵਾਇਰ ਜਾਓਗੇ, ਦੋਹਾਂ ਵਾਇਰਸ ਦੇ ਪੈਰਲਲ ਲੱਗਾ ਹੋਏਗਾ। ਠੀਕ ਹੈ ਨਾ, ਜਿਹੜਾ ਵੋਲਟਮੀਟਰ ਹੈ ਉਹ ਹਮੇਸ਼ਾ ਲੱਗਦਾ ਹੈ ਕਿਵੇਂ, ਪੈਰਲਲੀ। ਕਿਵੇਂ, ਆਹ ਪਹਿਲਾਂ ਦੇਖ ਲਓ, ਇੱਕ ਵਾਰ ਘਰ ਵਿੱਚ ਇੱਕ ਵਾਇਰ ਆ ਰਹੀ ਹੈ ਕਰੰਟ ਲੈ ਕੇ, ਵੋਲਟੇਜ ਜਿਹਨੂੰ ਆਪਾਂ ਕਹਿੰਦੇ ਆ ਵੋਲਟ, ਦੋ ਵੱਖ-ਵੱਖ ਨਹੀਂ ਆ, ਬੜੀ ਪਲੇਟ ਆ ਛੋਟੀ ਪਲੇਟ, ਮੀਨਸ ਇੱਥੇ ਤੁਸੀਂ ਟੈਸਟ ਪੈਡ ਚੈੱਕ ਕਰੋਗੇ, ਕਿਤੇ ਲਾਈਟ ਜਗਦੀ ਹੋਵੇ ਕਿਤੇ ਲਾਈਟ ਨਹੀਂ ਜਗਦੀ, ਜਿੰਨੇ ਵੀ ਆਪਣੇ ਕੋਲ ਸੌਕਟਸ ਹੁੰਦੇ ਆ। ਠੀਕ ਹੈ ਨਾ, ਇਹਦੇ ਵਿੱਚ ਇੱਕ ਸਾਈਡ ਤੇ ਜਗਦੀ ਹੋਊਗੀ, ਇਦਾਂ ਇੱਕ ਸਾਈਡ ਤੇ ਨਹੀਂ ਜਗਦੀ ਹੋਊਗੀ। ਆ ਇੱਕ ਵੱਖਰਾ ਟਰਮੀਨਲ ਹੈ,
ये चलो अर्थिंग वास्ते आप आगे जाके पढ़ना। आ नेगेटिव और नेगेटिव है, इथों एक साइड तो करंट आउंदा होएगा क्योंकि पॉजिटिव इधरों करंट आ रहा घर दे विच, और इधर दी उस आ मान लो मोटर है जिसनों आपां चलाउणा है, आ मोटर सी जिसनों आपां चलाउणा है कोई भी चीज है, इस तो एक करंट वापस लेके जाता फिर इधर। ठीक है, सो जिहड़ा एमीटर आ हमेशा कित्थे लगेगा जी, इस वायर नूं कट करके दे विच, और जिहड़ा वोल्ट मीटर आ हमेशा लगेगा एदे और एदे इन्हां दोहां वायरां दे विच इत्थे। एक जो करंट आउंदा होवे जो करंट जांदा होवे उस दे नाल। सो पैरेलल दे विच लगदा वोल्ट मीटर और करंट एमीटर किवें लगदा सीरीज दे विच। ध्यान रखना चीज दे उपर। फिर आपां हुण न्यूमेरिकल्स ते आउने अपने ते, ताकि चीज आपां न्यूमेरिकल तो अगले सिंपल चलिए किवें हो जाएगा कुछ। सो सब रेजिस्टर्स लगे 220 वोल्ट की है साडे कोल, बैटरी लगी हुई है जो कि सानू सोर्स दिता हुआ है एसी सोर्स। आपां की फाइंड करना कि कह रहे हो, व्हाट इज द रेजिस्टेंस ऑफ एन इलेक्ट्रिक आयरन, कोई प्रेस या कनेक्टेड टू द सेम सोर्स। इसे सोर्स दे नाल अगर मैं एक प्रेस नूं लगा दूंगा दैट टेक्स एज मच करंट एज ऑल द 3 एप्लायंसेस, ते ओ जिहड़ी प्रेस लगी है वो उन्ना ही करंट यूज करे जिन्ना कि तीनों दे तीनों की है यूज करते पे हैं, जिन्ना तिन्ना दे विचों दी पास हो के जा रहा है। एंड व्हाट इज द करंट थ्रू इट, तो करंट की है वो भी फाइंड करना। मींस आ साडे को सारे सारे मिलके बेटा की बनाउणगे, आ देखो मैं हल्का जिहा पहला पूरा क्वेश्चन सॉल्व कर देने डायग्राम दे नाल। इन्हां दी की आएगी बेटा, आर इक्विवेलेंट आ जाऊगा 220 वोल्ट है बैटरी, आर इक्विवेलेंट आ जाएगा ये। इत्थे क्वेश्चन खत्म हो गया ना, आ इन्ना पार्ट जिहड़ा क्वेश्चन दा ये खत्म हो गया इहदे च। ठीक है, पूछया नहीं पर इन्ना पता गया। अगे भी कह रहा कहंदा कि किन्नी मैं इसे सोर्स दे नाल, इसे ही सोर्स दे नाल मैं एक रेजिस्टर लगावा, ते उस रेजिस्टर मींस इलेक्ट्रिक आयरन लगावा जिदे उस रेजिस्टेंस दी वैल्यू किन्नी होवे ताकि ओदे विचों करंट किन्ना पास होवे, आ वाला करंट किन्ना होवे जिन्ना इहदे विचों जांदा पिया। गल समझ लगी। What is the resistance of the electric iron connected to the same source that takes as much current as all the 3 resistors। जिन्ना इन्हां तिन्नां चों जा रहा सी, इसदा मतलब जिन्ना इहदे चों जा रहा सी ते तिन्नां विचों किहड़ा जा रहा सी, I1 I2 I3, ये तीनों तीनों कितों बने सी, आई तो इहदा मतलब यही जाके की डिवाइड हो रहा है। सो आ करंट इहो ही होया। एंड व्हाट इज द करंट थ्रू इट, तो करंट भी कितना वो भी, और वो आरपी दी वैल्यू कितनी है, ये दो चीज़ां फाइंड करनी है। सो आ क्वेश्चन तक कुछ बनता ही नहीं पिया, इथों चीज समझ लग गई कि आ जो वैल्यू कह रहे फाइंड कर लो की है यह वाली, आ करंट फाइंड कर लो कह रहे हो केड़ा यह है। सो इसका मतलब अगर आप इहदे विचों इक्विवेलेंट फाइंड कर ली और करंट फाइंड कर लिया, और सारी सारी की होएगी, आर इक्विवेलेंट किहदे बराबर होगा उस प्रेस दे, और जो करंट है कितने बराबर होगा जिन्ना इस बैटरी ने पैदा किया, और इन्ना ही करंट इहदे विचों पास हो जा रहा है। गल समझ लगी जे। अभी ध्यान नाल क्वेश्चन करिए, नहीं समझ लगी एक बार फिर दोबारा तो ये 2 मिनट की 3-4 मिनट की क्लिप है, दोबारा देखो बेटा बैक करके ताकि चीज समझ लग सके। सो अपने को बेटा की आ रहा है इत्थे आर इक्विवेलेंट फाइंड करनी है, सो सारे लगे किदा पैरेलल दे विच। सो 1/rp जहां 1/r इक्विवेलेंट की आएगा 1/r1 प्लस 1/r2 प्लस 1/r3। तो सारे सारे इकट्ठे कर देते 1/100 प्लस 1/50 प्लस 1/500 इक्वल्स टू एलसीएम की आएगा 500 की आ गया 5 प्लस 10 प्लस 1 कितने हो गए 16/500। ये किसके बराबर आया जी 1/rp दे। सो देयरफॉर rp की हो गया, rp की हो गया रेसिप्रोकल 500/16। क्लियर 500/16 डन। सो ये हो गया साडे कोल इन्नी साडे कोल रेजिस्टेंस की वैल्यू आई। ये की होएगी आ वाली वैल्यू, और वही वैल्यू की होएगी इस इलेक्ट्रिक आयरन की। सो करंट कह रहा जिन्हें फाइंड होगा वही करंट एच होएगा। सो करंट फाइंड कर ली की होएगा, वोल्टेज है आर इक्विवेलेंट है V इक्वल्स टू आई आर, आई फाइंड करना है। सो की होगा 220/500 डिवाइड बाय 16 से ऊपर चल गया, की हो गया कटिंग गई
ਨੈਕਸਟ ਕੀ ਆ ਰਿਹਾ ਸਾਡੇ ਕੋਲ ਮਲਟੀਪਲੀਕੇਸ਼ਨ ਕਰਨੀ ਆ ਆਪਾਂ ਸੋ ਮਲਟੀਪਲੀਕੇਸ਼ਨ ਕਰ ਦੋਗੇ ਤੇ ਸਾਡੇ ਕੋਲ ਆਨਸਰ ਆ ਜਾਏਗਾ ਐਂਪੀਅਰਸ ਦੇ ਵਿੱਚ ਕਿੰਨੀ ਵੈਲਿਊ ਆਈ ਹੈ ਬੇਟਾ ਇਸ ਨੂੰ ਵੀ ਮਲਟੀਪਲਾਈ ਕਰ ਲਓ ਇਹ ਆਪਾਂ ਖੁਦ ਕਰ ਸਕਦੇ ਹਾਂ ਔਰ ਸਾਡੇ ਕੋਲ ਕਰੰਟ ਦੀ ਵੈਲਿਊ ਨਿਕਲ ਆਏਗੀ ਠੀਕ ਹੈ ਇਹ ਸਿੰਪਲ ਚੀਜ਼ ਹੈ 10th ਕਲਾਸ ਦੇ ਬੱਚੇ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਮਲਟੀਪਲੀਕੇਸ਼ਨ ਸਾਈਡ ਦੇ ਉੱਪਰ ਕਰ ਲਿਓ ਜੋ ਚੀਜ਼ ਆਪਾਂ ਇੱਥੇ ਸਮਝਣਾ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਤੁਹਾਨੂੰ ਉਮੀਦ ਹੈ ਸਮਝ ਆ ਗਿਆ ਹੋਊਗਾ ਤੇ ਇਸ ਚੀਜ਼ ਨੂੰ ਅੱਗੇ ਤੁਸੀਂ ਸੋਲਵ ਕਰ ਲੈਣਾ ਇਦਾਂ ਦੇ ਬਾਕੀ ਕੁਐਸਚਨਸ ਹੋਣਗੇ ਜਿਨ੍ਹਾਂ ਉੱਪਰ ਤੁਸੀਂ ਮਿਹਨਤ ਨਾਲ ਧਿਆਨ ਲਗਾਉਣਾ ਚੰਗੀ ਤਰ੍ਹਾਂ ਸਮਝਣਾ ਤਾਂ ਕਿ ਚੀਜ਼ਾਂ ਹਰ ਇੱਕ ਚੀਜ਼ਾਂ ਤੁਹਾਨੂੰ ਕਲੀਅਰ ਹੋ ਸਕਣ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੇਟਾ ਨਾ ਭੁੱਲਿਓ ਕਿਉਂਕਿ ਤੁਹਾਡੇ ਨਾਲ ਹੀ ਅਸੀਂ ਹਾਂ ਠੀਕ ਹੈ ਇਹ ਸੀ ਸਰ ਬੇਟਾ ਸਾਡਾ ਅੱਜ ਦਾ ਸੀਰੀਜ਼ ਆਫ ਪੈਰਲਲ ਦੇ ਡਿਫਰੈਂਸਿਸ ਉਹਨਾਂ ਦੇ ਡੋਮੈਸਟਿਕ ਪਰਪਸਿਸ ਦੇ ਵਿੱਚ ਯੂਜ਼ਸ ਕਿੱਥੇ ਕਿੱਥੇ ਯੂਜ਼ ਹੋ ਰਿਹਾ ਔਰ ਕਿਹੜਾ ਸਾਡੇ ਕੋਲ ਵਾਇਰਿੰਗ ਪ੍ਰੈਫਰ ਕਰਦੇ ਆ ਅਸੀਂ ਡੋਮੈਸਟਿਕ ਔਰ ਡੋਮੈਸਟਿਕ ਵਾਸਤੇ ਸੀਰੀਜ਼ ਜਾਂ ਪੈਰਲਲ ਔਰ ਲਾਸਟ ਵਿੱਚ ਹਰ ਇੱਕ ਤਰ੍ਹਾਂ ਦੇ ਨਿਊਮੈਰੀਕਲਸ ਆਪਾਂ ਕਰ ਲਏ ਸੀ ਇਸ ਤੋਂ ਇਲਾਵਾ ਬੇਟਾ ਹੋਰ ਵੀ ਜਿਹੜੇ ਨਿਊਮੈਰੀਕਲਸ ਹੋਣਗੇ ਜਿਨ੍ਹਾਂ ਵਿੱਚ ਤੁਹਾਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਹੋਊਗੀ ਜਾਂ ਸਮਝਣ ਵਿੱਚ ਔਖ ਹੁੰਦੀ ਹੋਊਗੀ ਪਲੀਜ਼ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਔਰ ਉਮੀਦ ਆ ਤੁਹਾਡੀ ਇਸ ਤਰੀਕੇ ਨਾਲ ਸਾਨੂੰ ਪਿਆਰ ਮਿਲਦਾ ਰਹੇਗਾ ਤੁਹਾਡੇ ਬਹੁਤ ਸਾਰੇ ਵਿਊਜ਼ ਆ ਰਹੇ ਸਨ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਆ ਅੱਗੇ ਤੋਂ ਵੀ ਤੁਸੀਂ ਸਾਡੇ ਨਾਲ ਇਦਾਂ ਹੀ ਮਿਲਦੇ ਰਹੋਗੇ ਇਸੇ ਤਰੀਕੇ ਨਾਲ ਆਪਾਂ ਤੁਹਾਨੂੰ ਅੱਗੇ ਤੋਂ ਸਮਝਾਉਂਦੇ ਰਹਾਂਗੇ ਸੋ ਬਾਏ ਬੇਟਾ ਟਿਲ ਨਾਓ ਹੁਣ ਆਪਾਂ ਦੁਬਾਰਾ ਫਿਰ ਮਿਲਾਂਗੇ ਥੋੜੀ ਦੇਰ ਬਾਅਦ +1 ਦੀ ਕਲਾਸ ਦੇ ਨਾਲ ਸੋ ਨਹੀਂ ਬੇਟਾ ਤੁਸੀਂ ਇਹਦਾ ਸਕਰੀਨਸ਼ਾਟ ਲਓ ਔਰ ਪੜ੍ਹਦੇ ਰਹੋ ਕਿਉਂਕਿ ਲਾਕਡਾਊਨ ਦੇ ਵਿੱਚ ਬਾਹਰ ਨਹੀਂ ਨਿਕਲਣਾ ਬਾਏ ਟੇਕ ਕੇਅਰ